गुरु नानक अंगद गुरु अमरदास पद बंद रामदास अर्जुन गुरु बार श्री हर गोबिंद हरे राय हरे कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है माणक भगत बैराग श्री गुरु ग्रंथ साहिब उदद बंदों कर एक अंकारा सतगुरु तेह प्रसाद सच हो। वाहिगुरु जी की फतेह विघ्न विनाशन श्री गुर शब्द कमाए जन जीते पंच तिन संतन को बंदना सिर चरणन पर कहाँ बुद्ध प्रभ तुच्छ हमारी बार न सकह महिमा जोत हम न सकत कर सिफत तुम्हारी आप ले हो तुम कथा सुधा सो कहो टल गुर सेविया अहनस सहज सुभा दर्शन परसया गुरु का जन्म मरण दर्शन परसया गुरु का जन्म मरण दुख जाए। श्री वाहिगुरु साहिब जी चौपाई मियाँ दौला बिच गुजरात महा फकीर धीर बखियात चौपाई मियाँ दौला बिच गुजरात। वाहिगुरु जी का खालसा वाहिगुरु जी की फतेह। सत्कारयोग सतगुरां दी साजी नवाजी गुरु प्यारी गुरु सवारी साध संगत जीओ। चवर छत्र तख्त दे मालक प्रतख सतगुरु दसां पातशाहियां दी आत्मक जोत बाणी गुरु शब्द गुरु हाजरा हजूर ज़ाहरा जहूर सर्ब कला भरपूर गरीब नवाज सच्चे पातशाह धन धन आद श्री गुरु ग्रंथ साहिब जी महाराज सच्चे पातशाह जी की पावन पवित्र हजूरी अंदर जुड़ बैठ के सतगुरां दे सुंदर इतिहास की कथा सरवण करन दा सुभाग समा प्राप्त हो रहा है। सत संगत दे विच जुड़ बैठण दा समय ते सवासां नूं सफलियां करन दा मौका अवसर सानू सारिआं नूं गुरु किरपा द्वारा मिल रहा है। जिनके भाग वड्डे है भाई तिन साधु संग मुख जुरे। जिन्हां दे वड्डे भाग है उन्हां दा मुख इस सत्संग दे विच आके जुड़दा है, उन्हां दा मन इस सत्संग दे विच आके जुड़दा है। सो सतगुरां दे पवित्र अस्थान गुरुद्वारा शहीद बाबा निहाल सिंह जी संत बाबा हरनाम सिंह जी शहीदां ਸਿੰਘਾਂ महापुरखों के पवित्र अस्थान ते धन सतगुरु श्री गुरु ग्रंथ साहिब महाराज सच्चे पातशाह जी की हजूरी विच बैठ के सतगुरां दे सरगुण स्वरूप की सोहनी कथा सरवण करन दा सुभाग आपां नूं मिल रहा है। संध्या के दीवान विच गुरु की बाणी के कीर्तन गुरु के रागी ਸਿੰਘਾਂ के पासों सरवण करन उपरंत नितनेम के अनुसार रहरास साहब के पाठ गुरु के ग्रंथी ਸਿੰਘਾਂ ने आपां सबनां नूं स्पीकर के राही सरवण करवाए हैं। सो आओ बड़े प्यार दे नाल
ਜੋ ਸਤਿਗੁਰਾਂ ਦਾ ਸੁੰਦਰ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ। ਔਰ ਪੰਜਵੀਂ ਰੁੱਤ ਦੇ ਵਿੱਚ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ, ਪੁੱਤਰਾਂ ਦੇ ਦਾਨੀ, ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕੌਤਕਾਂ ਨੂੰ ਆਪਾਂ ਸਰਵਣ ਕਰ ਰਹੇ ਹਾਂ। ਸੋ ਆਓ, ਜਿਵੇਂ ਕਵੀ ਜੀ ਅੱਜ ਦੇ ਇਸ ਪ੍ਰਸੰਗ ਦੇ ਵਿੱਚ, ਕਿਉਂਕਿ ਅੱਧਾ ਪ੍ਰਸੰਗ ਕੱਲ੍ਹ ਹੋ ਗਿਆ ਸੀ ਅਤੇ ਬਾਕੀ ਰਹਿੰਦਾ ਪ੍ਰਸੰਗ ਅੱਜ ਆਪਾਂ ਗੁਰੂ ਕਿਰਪਾ ਦੁਆਰਾ ਸੰਪੂਰਨ ਕਰਨ ਦਾ ਯਤਨ ਕਰ ਰਹੇ ਹਾਂ। ਸੋ ਆਓ, ਬੜੇ ਪਿਆਰ ਦੇ ਨਾਲ ਜਿਵੇਂ ਕਥਾ ਆ ਰਹੀ ਹੈ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ ਚੌਪਈ ਮੀਆਂ ਦੌਲਾ ਵਿੱਚ ਗੁਜਰਾਤ। ਗੁਜਰਾਤ ਦੇ ਵਿੱਚ ਇੱਕ ਮੀਆਂ ਦੌਲਾ ਨਾਮ ਦਾ ਇੱਕ ਸੰਤ ਮਹਾਂਪੁਰਖ ਫਕੀਰ ਰਹਿੰਦਾ ਸੀ, ਜਿਹੜਾ ਕਿ ਸਤਿਗੁਰੂ ਜੀ ਦਾ ਬੜਾ ਸ਼ਰਧਾਲੂ ਸੀ। ਸੋ ਜਿਸ ਵੇਲੇ ਇਸ ਨੇ ਸੁਣਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਦਰਬਾਰ ਦੇ ਵਿੱਚੋਂ ਅਨੰਦਪੁਰ ਸਾਹਿਬ ਤੋਂ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਥਾਂ ਥਾਂ ਸੁਨੇਹੇ ਭੇਜੇ ਹਨ ਕਿ ਗੁਰੂ ਕੀਆਂ ਸੰਗਤਾਂ ਵਧੀਆ ਖਰਾ ਸੋਨਾ, 12 ਬੰਨੀ ਦਾ ਸੋਨਾ, ਜਿਹੜਾ ਸੋਨਾ ਹੈ ਉੱਤਮ ਕਿਸਮ ਦਾ ਕੰਚਨ ਹੈ, ਸੋ ਉਹ ਗੁਰੂ ਘਰ ਦੇ ਵਿਖੇ ਭੇਟਾ ਕਰਨ। ਅਤੇ ਭੇਟਾ ਵੀ ਉਹ ਸੋਨਾ ਕਰਨਾ ਜਿਹੜਾ 21 ਰੁਪਈਏ ਚਾਂਦੀ ਦੇ ਲਾ ਕੇ ਅਤੇ 1 ਤੋਲਾ ਮੁੱਲ ਮਿਲਦਾ ਹੋਵੇ। ਉਸ ਵੇਲੇ ਦੇ ਚਾਂਦੀ ਦੇ 21 ਰੁਪਈਆਂ ਦਾ ਬਹੁਤ ਮੁੱਲ ਉਹਨਾਂ ਵੇਲਿਆਂ ਵਿੱਚ ਹੋਵੇਗਾ। ਸੋ ਬਹੁਮੁੱਲਾ ਜਿਹੜਾ ਸੋਨਾ ਅਤੇ ਹੋਰ ਕੀਮਤੀ ਵਸਤੂਆਂ ਗੁਰੂ ਕੀਆਂ ਸੰਗਤਾਂ ਨੇ ਗੁਰੂ ਚਰਨਾਂ ਦੇ ਵਿੱਚ ਭੇਟਾ ਕਰਨੀਆਂ ਸ਼ੁਰੂ ਕੀਤੀਆਂ, ਕਿਉਂਕਿ ਗੁਰਦਰਬਾਰ ਵਿੱਚ ਬੈਠੇ ਹੋਏ ਗੁਰੂ ਕੇ ਸਿੱਖਾਂ ਨੇ ਇਹ ਆਪਸ ਦੇ ਵਿੱਚ ਮਸਲਤ ਕੀਤੀ ਸੀ, ਵਿਚਾਰ ਕੀਤੀ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਉਂਦੀਆਂ ਹਨ ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਕਿੰਨਾ ਮਨ ਨੂੰ ਆਨੰਦ ਮਿਲਦਾ ਹੈ। ਸਤਿਗੁਰੂ ਜੀ ਦੇ ਦਰਸ਼ਨ ਮਨ ਨੂੰ ਮੋਹ ਲੈਣ ਵਾਲੇ ਹਨ। ਭਾਵਨਾ ਵਿੱਚ ਆ ਕੇ ਗੁਰਸਿੱਖਾਂ ਨੇ ਆਪਸ ਵਿੱਚ ਬੈਠਿਆਂ ਇਹ ਗੱਲਬਾਤ ਕੀਤੀ, ਵਿਚਾਰ ਕੀਤੀ। ਕਹਿੰਦੇ ਜੇਕਰ ਕੋਈ ਐਸਾ ਘਰ ਹੋਵੇ, ਐਸਾ ਕਮਰਾ ਤਿਆਰ ਹੋਵੇ ਜਿਹੜਾ ਸਾਰਾ ਹੀ ਸੋਨੇ ਨਾਲ ਬਣਿਆ ਹੋਵੇ, ਜਿਹਦੀਆਂ ਕੰਧਾਂ ਹੀਰੇ ਜਵਾਹਰਾਤਾਂ ਨਾਲ ਜੜੀਆਂ ਹੋਣ, ਜਿਹਦੇ ਦਰਵਾਜ਼ਿਆਂ ਦੇ ਉੱਤੇ ਜਿਹੜੀਆਂ ਜਾਲੀਆਂ ਝਾਲਰਾਂ ਲੱਗੀਆਂ ਹੋਣ, ਉਹਨਾਂ ਵਿੱਚ ਵੀ ਮੁਕਤੇ ਹੀਰੇ ਇਤਿਆਦਿਕ ਜੜਾਊ ਕੀਤੇ ਹੋਣ, ਅਤੇ ਐਸੇ ਸੁੰਦਰ ਦਰਬਾਰ ਦੇ ਵਿੱਚ ਸੁੰਦਰ ਸੋਨੇ ਦੇ ਪਲੰਘੇ ਦੇ ਉੱਤੇ ਕਲਗੀਧਰ ਸਤਿਗੁਰ ਪਾਤਸ਼ਾਹ ਜੀ ਸੁੰਦਰ ਬਹੁਮੁੱਲੇ ਵਸਤਰ ਪਹਿਨ ਕੇ ਇੱਕੋ ਰੰਗ ਦੇ ਅਤੇ ਬਹੁਤ ਕੀਮਤੀ ਗਹਿਣੇ ਪਹਿਨ ਕੇ, ਇਸੇ ਤਰ੍ਹਾਂ ਗਾਤਰੇ ਵਿੱਚ ਸੁੰਦਰ ਸ੍ਰੀ ਸਾਹਿਬ ਸਜਾ ਕੇ, ਜਿਹਦੇ ਮੁੱਠੇ ਦੇ ਉੱਤੇ ਵੀ ਹੀਰੇ ਲਾਲਾਂ ਦੀ ਚਮਕ ਪੈਂਦੀ ਹੋਵੇ, ਜੜਾਊ ਕੀਤੇ ਹੋਣ ਮੁੱਠੇ ਦੇ ਵਿੱਚ। ਅਤੇ ਇਸੇ ਪ੍ਰਕਾਰ ਸਤਿਗੁਰਾਂ ਦੇ ਪਾਵਨ ਸੀਸ ਦੇ ਉੱਤੇ ਸੁੰਦਰ ਦਸਤਾਰਾ ਸਜਿਆ ਹੋਵੇ, ਦਸਤਾਰੇ ਦੇ ਉੱਤੇ ਜਿਗਾ ਕਲਗੀ ਸਤਿਗੁਰਾਂ ਦੀ ਪਾਤਸ਼ਾਹੀ ਦਾ ਲਖਾਇਕ ਉਹ ਲੱਗੀ ਹੋਵੇ, ਅਤੇ ਸੋਹਣੇ ਸਤਿਗੁਰੂ ਜੀ ਉਸ ਸੁੰਦਰ ਘਰ ਦੇ ਵਿੱਚ ਜਾ ਕੇ ਉਹਦੀ ਸ਼ੋਭਾ ਨੂੰ ਹੋਰ 4 ਚੰਨ ਲਾ ਦੇਣ, ਅਤੇ ਫਿਰ ਵੇਖੋ ਕਹਿੰਦੇ ਦਰਸ਼ਨ ਕਰਨ ਦਾ ਕਿੰਨਾ ਆਨੰਦ ਆਵੇਗਾ। ਅਸੀਂ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਥੱਕਾਂਗੇ ਨਹੀਂ, ਰੱਜਾਂਗੇ ਨਹੀਂ, ਤ੍ਰਿਪਤ ਨਹੀਂ ਹੋਵਾਂਗੇ, ਬਸ ਦਰਸ਼ਨ ਹੀ ਕਰਦੇ ਜਾਵਾਂਗੇ। ਸਤਿਗੁਰੂ ਦਾ ਉਹ ਸੁੰਦਰ ਸਰੂਪ ਆਪਣੇ ਚੇਤਿਆਂ ਦੇ ਵਿੱਚ, ਆਪਣੇ ਹਿਰਦਿਆਂ ਦੇ ਵਿੱਚ ਵਸਾ ਕੇ ਅਤੇ ਗੁਰੂ ਗੁਰੂ ਜਪਦੇ ਅਸੀਂ ਮੁਕਤੀ ਨੂੰ ਪ੍ਰਾਪਤ ਹੋ ਜਾਵਾਂਗੇ। ਇਹ ਵਿਚਾਰ ਗੁਰੂ ਕੇ ਸਿੱਖਾਂ ਨੇ ਕੀਤੀ ਸੀ। ਅਤੇ ਅੰਤਰਜਾਮੀ ਸਤਿਗੁਰੂ ਜੀ ਜੋ ਸਾਰਿਆਂ ਦੇ ਦਿਲਾਂ ਦੇ ਜਾਣਦੇ ਆ, ਉਹਨਾਂ ਨੇ ਇਹ ਗੁਰਸਿੱਖਾਂ ਦੀ ਭਾਵਨਾ ਨੂੰ ਜਾਣ ਕੇ ਇੱਕ ਕੌਤਕ ਵਰਤਾਇਆ। ਜਿਹੜਾ ਲਿਖਾਰੀ ਸਿੱਖ ਸੀ, ਹੁਕਮਨਾਮੇ ਲਿਖਣ ਵਾਲਾ, ਉਹਨੂੰ ਕੋਲ ਬੁਲਾਇਆ। ਦੇਸ਼ ਵਿਦੇਸ਼ ਦੀ ਸੰਗਤ ਦੇ ਨਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਲਿਖ ਕੇ ਭੇਜ ਦਿੱਤਾ ਕਿ ਗੁਰੂ ਕੀਆਂ ਸੰਗਤਾਂ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਹਨ, ਉਹ ਬਹੁਤ ਕੀਮਤੀ ਜਿਹੜਾ ਸੋਨਾ, ਖਰਾ ਸੋਨਾ, ਉਹ ਗੁਰੂ ਘਰ ਦੇ ਵਿੱਚ ਭੇਟਾ ਕਰਨ। ਜੇ ਘਰ ਦੇ ਵਿੱਚ ਹੈ ਤਾਂ ਠੀਕ ਹੈ, ਜੇ ਨਹੀਂ ਘਰ ਵਿੱਚ ਤਾਂ ਜਿੱਥੋਂ ਕਿੱਥੋਂ ਵੀ ਪ੍ਰਬੰਧ ਕਰਕੇ ਅਤੇ ਵਧੀਆ ਕੀਮਤ ਵਾਲਾ ਇਹ ਕੀਮਤੀ ਜਿਹੜਾ ਸੋਨਾ ਹੈ ਇਹ ਖਰੀਦ ਕੇ ਗੁਰੂ ਘਰ ਵਿੱਚ ਭੇਟਾ ਕਰਨ। ਆਪੋ ਆਪਣੀ ਭੇਟਾ ਗੁਰੂ ਘਰ ਵਿੱਚ ਪਹੁੰਚਦੀ ਕੀਤੀ ਜਾਵੇ। ਅਤੇ ਗੁਰੂ ਕੀਆਂ ਸੰਗਤਾਂ ਤੱਕ ਇਹ ਹੁਕਮ ਭੇਜ ਦਿੱਤੇ ਗਏ, ਪੱਤਰਕਾਵਾਂ ਭੇਜ ਦਿੱਤੀਆਂ ਗਈਆਂ ਦੇਸ਼ਾਂ ਵਿਦੇਸ਼ਾਂ ਤੋਂ
ਗੁਰੂ ਕੀਆਂ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਇਹ ਸੋਨਾ ਚਾਂਦੀ ਇਤਿਆਦਿਕ ਜਿਹੜੀਆਂ ਵਸਤੂਆਂ ਜਿਸ ਜਿਸ ਦੇਸ਼ ਦੇ ਵਿੱਚ ਜਿਸ ਜਿਸ ਇਲਾਕੇ ਵਿੱਚ ਜਿਹੜੀ ਵੀ ਕੀਮਤੀ ਵਸਤੂ ਹੁੰਦੀ ਸੀ, ਕਿਉਂਕਿ ਵੱਖੋ ਵੱਖਰੇ ਇਲਾਕਿਆਂ ਦੀਆਂ ਵੱਖੋ ਵੱਖਰੀਆਂ ਚੀਜ਼ਾਂ ਮਸ਼ਹੂਰ ਹੁੰਦੀਆਂ। ਕਿਸੇ ਇਲਾਕੇ ਦੀ ਕੋਈ ਚੀਜ਼ ਮਸ਼ਹੂਰ ਹੁੰਦੀ ਹੈ, ਕਿਸੇ ਦੀ ਕੋਈ। ਅਤੇ ਇਸ ਤਰ੍ਹਾਂ ਜਿਹੜੇ ਇਲਾਕੇ ਵਿੱਚ ਜਿਹੜੀ ਕੀਮਤ ਉੱਤਮ ਕਿਸਮ ਦੀ ਜਿਹੜੀ ਵਸਤੂ ਸੀ ਔਰ ਕੀਮਤੀ ਸੀ, ਉਹ ਗੁਰੂ ਕੀਆਂ ਸੰਗਤਾਂ ਨੇ ਸ਼ਰਧਾ ਨਾਲ ਭੇਟਾ ਕੀਤੇ। ਚੰਗੇ ਚੰਗੇ ਵਸਤਰ ਉੱਤਮ ਕਿਸਮ ਦੇ ਸੋਨੇ ਚਾਂਦੀ ਦੀ ਕਢਾਈ ਵਾਲੇ ਪੈਚ ਵਰਕ ਜਿਨ੍ਹਾਂ ਦੇ ਉੱਤੇ ਕੀਤਾ ਹੋਇਆ ਸੀ, ਇਸੇ ਤਰ੍ਹਾਂ ਸੋਨੇ ਚਾਂਦੀਆਂ ਤਾਰਾਂ ਦੇ ਨਾਲ ਰੇਸ਼ਮ ਦੇ ਉੱਤੇ ਜਿਹੜਾ ਇਹ ਕੱਪੜਾ ਬੁਣਿਆ ਹੋਇਆ ਸੀ, ਜਰੀ ਬਾਦਲਾ ਦਾ ਕੱਪੜਾ, ਸੋ ਕੀਮ ਖਾਨ ਇਤਿਆਦਿਕ ਵੱਖਰੀਆਂ ਵੱਖਰੀਆਂ ਕਿਸਮਾਂ ਦੇ ਜਿਹੜੇ ਕੱਪੜੇ ਸਨ, ਮਸਰੂ ਵਗੈਰਾ, ਜਿਹੜਾ ਮੁਸਲਮਾਨ ਹਾਜੀ ਵਿਸ਼ੇਸ਼ ਕਰਕੇ ਧਾਰੀਦਾਰ ਕੱਪੜੇ ਪਹਿਨਦੇ ਆ, ਬਹੁਤ ਮਹਿੰਗਾ ਰੇਸ਼ਮੀ ਕੱਪੜਾ ਹੁੰਦਾ ਹੈ। ਸੋ ਇੱਦਾਂ ਦੀਆਂ ਮਹਿੰਗੀਆਂ ਔਰ ਕੀਮਤੀ ਵਸਤੂਆਂ ਗੁਰੂ ਕੀਆਂ ਸੰਗਤਾਂ ਨੇ ਗੁਰੂ ਘਰ ਵਿਖੇ ਭੇਟਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅੰਬਾਰ ਲੱਗ ਗਏ, ਖਜ਼ਾਨੇ ਭਰ ਰਹੇ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਲਿਖਾਰੀ ਨੂੰ, ਹਜੂਰੀਏ ਸਿੱਖ ਨੂੰ ਫਿਰ ਬੁਲਾਇਆ। ਕਹਿਣ ਲੱਗੇ ਇੱਕ ਹੁਕਮਨਾਮਾ ਹੋਰ ਲਿਖੋ। ਹੁਣ ਉਹ ਹੁਕਮਨਾਮੇ ਵਿੱਚ ਕੀ ਲਿਖਿਆ? ਕਹਿੰਦੇ ਇਹ ਹੁਕਮਨਾਮਾ ਜਿਹੜਾ ਸਪੈਸ਼ਲੀ ਵਿਸ਼ੇਸ਼ ਤੌਰ ਦੇ ਉੱਤੇ ਜਗਨਨਾਥਪੁਰੀ ਦੇ ਮੰਦਿਰ ਵਿੱਚ ਭੇਜਣਾ ਹੈ। ਅਤੇ ਕਹਿੰਦੇ ਭਗਵਾਨ ਜਗਨਨਾਥ ਨੂੰ, ਭਗਵਾਨ ਵਿਸ਼ਨੂੰ ਨੂੰ ਸੰਬੋਧਨ ਹੋ ਕੇ ਮੇਰਾ ਹੁਕਮ ਲਿਖ ਦਿਓ ਕਿ ਗੁਰੂ ਘਰ ਦੇ ਵਿੱਚ ਜਿਹੜੀ ਕਾਰ ਸੇਵਾ ਚੱਲ ਰਹੀ ਆ, ਸਤਿਗੁਰੂ ਦਾ ਹੁਕਮ ਹੈ ਕਿ ਤੁਹਾਡੇ ਮੰਦਿਰ ਦੇ ਵਿੱਚੋਂ ਵੀ ਸੋਨਾ ਆਉਣਾ ਚਾਹੀਦਾ ਹੈ। ਅਤੇ ਇਉਂ ਮੇਵੜਾ ਸਿੱਖ, ਅਰਦਾਸੀਆ ਸਿੱਖ ਸਤਿਗੁਰਾਂ ਦਾ ਹੁਕਮ ਲੈ ਕੇ ਉੱਥੇ ਪਹੁੰਚਿਆ ਜਗਨਨਾਥਪੁਰੀ ਵਿਖੇ। ਜਾ ਕੇ ਪਾਂਡਿਆਂ ਨੂੰ, ਜਿਹੜੇ ਉੱਥੋਂ ਦੇ ਪ੍ਰਧਾਨ ਸਨ, ਮੁਖੀ ਸਨ, ਉਹਨਾਂ ਨੂੰ ਸਤਿਗੁਰਾਂ ਦੀ ਪੱਤਰਕਾ ਹੁਕਮਨਾਮਾ ਫੜਾ ਦਿੱਤਾ। ਜਦ ਸਤਿਗੁਰਾਂ ਦਾ ਹੁਕਮਨਾਮਾ ਫੜਾਇਆ ਤਾਂ ਉਹ ਬੜੇ ਹੈਰਾਨ ਜਿਹੇ ਹੋਏ ਵੀ ਆਹ ਦੁਨੀਆ ਦੇ ਉੱਤੇ ਕੌਣ ਐਸਾ ਜੰਮ ਪਿਆ ਜਿਹੜਾ ਭਗਵਾਨ ਤੋਂ ਹੀ ਭੇਟਾ ਮੰਗੀ ਜਾਂਦਾ ਹੈ। ਉਹ ਕਹਿੰਦੇ ਜੀ ਅਸੀਂ ਨਹੀਂ ਜਾਣਦੇ ਭਗਵਾਨ ਤੋਂ ਬਿਨਾਂ ਕਿਸੇ ਨੂੰ ਹੋਰ, ਨਾ ਹੀ ਅਸੀਂ ਉਹਨਾਂ ਦਾ ਨਾਮ ਸੁਣਿਆ, ਅਤੇ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ, ਅਸੀਂ ਮੰਦਿਰ ਵਿੱਚੋਂ ਨਹੀਂ ਸੋਨਾ ਦੇ ਸਕਦੇ। ਤਾਂ ਗੁਰੂ ਕਾ ਸਿੱਖ ਉੱਥੇ ਨੇੜੇ ਹੀ ਜੋ ਮੰਗੂ ਮੱਠ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਾ ਕੇ ਪਵਿੱਤਰ ਕੀਤਾ ਹੋਇਆ ਅਸਥਾਨ ਸੀ, ਉੱਥੇ ਜਾ ਕੇ ਉਹਨੇ ਰਾਤ ਕੱਟੀ ਹੈ। ਅਤੇ ਮਨ ਦੇ ਵਿੱਚ ਸ਼ਰਧਾ ਰੱਖੀ ਕਿ ਗੁਰੂ ਕਾ ਕਾਰਜ ਹੈ, ਸਤਿਗੁਰੂ ਜੀ ਆਪ ਹੀ ਕਰਵਾ ਲੈਣਗੇ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਕਹਿੰਦੇ ਜਿਸ ਗੁਰੂ ਦਾ ਕਾਰਜ ਹੈ ਉਹਨਾਂ ਨੇ ਆਪੇ ਕੋਈ ਵਿਧ ਬਣਾ ਦੇਣੀ ਹੈ, ਮੈਨੂੰ ਫਿਕਰ ਕਰਨ ਦੀ ਲੋੜ ਨਹੀਂ। ਨਿਰਾਸ਼ ਨਹੀਂ ਹੋਇਆ ਗੁਰੂ ਕਾ ਸਿੱਖ ਕਿ ਮੈਨੂੰ ਪੰਡਤਾਂ ਨੇ ਜਵਾਬ ਦੇ ਦਿੱਤਾ, ਬ੍ਰਾਹਮਣਾਂ ਨੇ ਜਵਾਬ ਦੇ ਦਿੱਤਾ ਹੈ। ਸੋ ਰਾਤ ਗੁਰੂ ਕਾ ਸਿੱਖ ਆਰਾਮ ਕਰਨ ਲੱਗਿਆ। ਉੱਧਰ ਉਸ ਸ਼ਹਿਰ ਦਾ ਰਾਜਾ ਜਿਹੜਾ ਬੜਾ ਧਰਮਾਤਮਾ ਸੀ ਔਰ ਬੜਾ ਜਗਨਨਾਥ ਜੀ ਦਾ, ਵਿਸ਼ਨੂੰ ਜੀ ਦਾ, ਇਸ ਮੰਦਿਰ ਦਾ ਪੁਜਾਰੀ ਸੀ, ਬੜਾ ਸ਼ਰਧਾਲੂ ਸੀ। ਉਹ ਜਦੋਂ ਰਾਤ ਬਿਰਾਜਮਾਨ ਹੋਇਆ ਤਾਂ ਰਾਤ ਨੂੰ ਭਗਵਾਨ ਵਿਸ਼ਨੂੰ ਜੀ ਪ੍ਰਗਟ ਹੋਏ, ਉਹਨੂੰ ਆਵਾਜ਼ ਦਿੱਤੀ ਕਿ ਹੇ ਰਾਜਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ, ਜੋ ਅਕਾਲ ਪੁਰਖ ਦੀ ਜੋਤੀ ਹੈ, ਉਹ ਪ੍ਰਗਟ ਹੋਈ ਹੈ, ਸੰਗਤਾਂ ਨੂੰ ਉਤਾਰ ਰਹੀ ਹੈ। ਅਤੇ ਉਸ ਅਸਥਾਨ ਦੇ ਉੱਤੇ ਮੈਂ ਵੀ ਕੁਝ ਨਾ ਕੁਝ ਭੇਟਾ ਕਰਨਾ ਚਾਹੁੰਦਾ। ਤੂੰ ਇਸ ਤਰ੍ਹਾਂ ਕਰ, ਆਪਣੇ ਇੱਥੋਂ ਜਗਨਨਾਥਪੁਰੀ ਤੋਂ 100 ਤੋਲਾ ਬਿਲਕੁਲ ਖਰਾ, ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ, ਉਹਨਾਂ ਦਾ ਸਿੱਖ ਆਇਆ ਹੋਇਆ, ਸਵੇਰੇ ਉਹਨੂੰ ਬੁਲਾ ਕੇ ਅਤੇ ਇਹ ਭੇਟਾ ਕਰ ਦੇ, ਤਾਂ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਡੀ ਇਹ ਭੇਟਾ ਲੈ ਕੇ ਪਹੁੰਚ ਜਾਵੇ। ਰਾਜੇ ਨੇ ਸਤ ਬਚਨ ਕਿਹਾ ਅਤੇ ਉਸੇ ਤਰ੍ਹਾਂ ਸਵੇਰੇ ਉੱਠ ਕੇ ਗੁਰੂ ਕੇ ਸਿੱਖ ਨੂੰ ਬੁਲਾਇਆ, ਉਹ ਭੇਟਾ ਦੇ ਦਿੱਤੀ। ਅਤੇ ਗੁਰੂ ਕਾ ਸਿੱਖ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਜਗਨਨਾਥ ਜੀ ਦੀ ਭੇਟਾ ਲੈ ਕੇ ਪਹੁੰਚ ਗਿਆ। ਸਤਿਗੁਰਾਂ ਨੇ ਆਖਿਆ ਵੀ ਵਾਹ ਬਈ ਵਾਹ, ਇਹ ਭਗਵਾਨ ਵਿਸ਼ਨੂੰ ਜੀ ਨੇ ਵੀ ਕਮਾਲ ਕਰ ਦਿੱਤੀ, ਉਹਨਾਂ ਨੇ ਵੀ ਸੇਵਾ ਵਿੱਚ ਹਿੱਸਾ ਪਾ ਦਿੱਤਾ, ਉਹਨਾਂ ਦੀ ਸੇਵਾ ਵੀ ਸਫਲੀ ਹੋਵੇਗੀ। ਕਿਉਂਕਿ ਗੁਰੂ ਪਾਰਬ੍ਰਹਮ ਪਰਮੇਸ਼ਰ ਸਰੂਪ ਆ ਨਾ, ਜਿੰਨੇ ਦੇਵੀ ਦੇਵਤੇ ਹੈ ਉਹ ਤਾਂ ਸਾਰੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ, ਸਦੀਵ ਹੀ ਹਾਜ਼ਰ ਹੈ। ਅਤੇ ਸਤਿਗੁਰਾਂ ਨੇ ਪ੍ਰਤੱਖ ਕਰਕੇ ਵੀ ਦਿਖਾ ਦਿੱਤਾ। ਗੁਰੂ ਕਾ ਸਿੱਖ ਉਹ ਭੇਟਾ ਲੈ ਕੇ ਆਇਆ, ਹੋਰ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਜਿੱਥੇ ਸਤਿਗੁਰੂ ਜੀ ਦਾ ਹੁਕਮ ਪਹੁੰਚਿਆ, ਗੁਰੂ ਕੀਆਂ ਸੰਗਤਾਂ ਨੇ ਅਤ ਕੀਮਤੀ ਵਸਤੂਆਂ, ਕੋਈ ਅਤਰ ਫਲੇਲ ਲੈ ਕੇ ਆਇਆ, ਕੋਈ ਜਰੀਦਾਰ ਵਸਤਰ ਲੈ ਕੇ ਆਇਆ, ਸੋਨੇ ਚਾਂਦੀ ਦੀ ਕਢਾਈ ਵਾਲੇ, ਫੁੱਲ ਬੂਟਿਆਂ ਵਾਲੇ, ਕੋਈ ਕੁਝ ਲੈ ਕੇ ਆਇਆ, ਕੋਈ ਸੋਨਾ, ਕੋਈ ਚਾਂਦੀ, ਕੋਈ ਧਨ ਮਾਇਆ, ਬਹੁਤ ਸਾਰੇ ਜਿਹੜੀ ਮਾਇਆ ਉਹ ਗੁਰੂ ਘਰ ਵਿਖੇ ਇਕੱਤਰ ਹੋ ਗਈ। ਇੱਧਰ
ਗੁਜਰਾਤ ਦੇ ਵਿੱਚ ਜਦੋਂ ਗੁਰੂ ਕੀਆਂ ਸਿੱਖ ਸੰਗਤਾਂ ਤੱਕ ਇਹ ਹੁਕਮਨਾਮਾ ਪਹੁੰਚਿਆ ਤਾਂ ਗੁਰੂ ਕੀਆਂ ਸੰਗਤਾਂ ਨੇ ਜਦੋਂ ਇਹ ਮਾਇਆ ਇਕੱਤਰ ਕਰਨੀ ਸ਼ੁਰੂ ਕੀਤੀ, ਇਹ ਸਾਰੇ ਉੱਥੇ ਗੱਲ ਫੈਲ ਗਈ ਕਿ ਸਤਿਗੁਰੂ ਜੀ ਦਾ ਹੁਕਮ ਆਇਆ, ਗੁਰੂ ਘਰ ਦੇ ਵਿੱਚ ਸੋਨਾ ਲੈ ਕੇ ਜਾਣਾ, ਖਰਾ ਸੋਨਾ। ਤਾਂ ਉਸ ਵੇਲੇ ਗੁਜਰਾਤ ਦੇ ਵਿੱਚ ਇੱਕ ਫਕੀਰ, ਰੱਬ ਦਾ ਪਿਆਰਾ, ਬੰਦਗੀ ਕਰਨ ਵਾਲਾ ਬੜਾ ਧਰਮਾਤਮਾ ਮੀਆਂ ਦੌਲਾ ਜੀ ਰਹਿੰਦਾ ਸੀ। ਸੋ ਕਵੀ ਜੀ ਨੇ ਇੱਥੇ ਉਹਨਾਂ ਦਾ ਵਰਣਨ ਕੀਤਾ ਕਿ ਮੀਆਂ ਦੌਲਾ ਵਿੱਚ ਗੁਜਰਾਤ ਦੇ ਵਿੱਚ ਇਹ ਜਿਹੜਾ ਫਕੀਰ, ਇਹ ਮਹਾਂਪੁਰਖ ਮੀਆਂ ਦੌਲਾ ਰਹਿ ਰਿਹਾ ਸੀ। ਫਕੀਰ ਧੀਰ ਬਖਿਆਤ ਤੇ ਮਹਾ ਫਕੀਰ ਸੀ, ਮਹਾ ਫਕੀਰੀ ਇਹਨੇ ਧਾਰਨ ਕੀਤੀ ਹੋਈ ਸੀ, ਵੱਡਾ ਫਕੀਰ ਸੀ ਤੇ ਧੀਰ ਵਿਖਿਆਤ, ਪ੍ਰਗਟ ਰੂਪ ਦੇ ਵਿੱਚ ਧੀਰਜ ਵਾਲਾ ਸੀ। ਇਹਦਾ ਸਾਰੇ ਪਾਸੇ ਵਿਖਿਆਤ ਇਹ ਪ੍ਰਗਟ ਹੋਇਆ ਸੀ ਕਿ ਬੜਾ ਧੀਰਜ ਵਾਲਾ ਮਹਾਤਮਾ ਹੈ। ਹਾਂ, ਜਿਹਦੀ ਆਰਬਲਾ ਉਮਰ ਵੀ ਵਿਸ਼ਾਲ ਸੀ, ਬਹੁਤ ਵੱਡੀ ਉਮਰ ਦਾ ਹੋ ਗਿਆ ਸੀ ਤੇ ਸਾਰੀਆਂ ਸਿੱਧੀਆਂ ਦਾ ਮਾਲਕ ਸੀ। ਰਿੱਧੀਆਂ ਸਿੱਧੀਆਂ ਇਹਦੇ ਕੋਲ ਵਸਦੀਆਂ ਸਨ ਕਿਉਂਕਿ ਰੱਬ ਦੀ ਬੰਦਗੀ ਕਰਨ ਵਾਲਾ ਸੀ ਤੇ ਸਭ ਕਾਲਾਂ ਵਿੱਚ, ਸਭ ਸਮਿਆਂ ਵਿੱਚ ਰਿੱਧੀਆਂ ਸਿੱਧੀਆਂ ਇਹਦੇ ਕੋਲ ਰਹਿੰਦੀਆਂ ਸਨ। ਕਵੀ ਜੀ ਕਹਿੰਦੇ ਜਦੋਂ ਗੁਜਰਾਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਪਹੁੰਚਿਆ, ਇਹ ਹੁਕਮਨਾਮਾ ਆਇਆ ਤਾਂ ਸਿੱਖ ਸੰਗਤਾਂ ਤੋਂ ਇਹ ਸਾਈਂ ਮੀਆਂ ਦੌਲਾ ਜੀ ਨੇ ਇਹ ਗੱਲਬਾਤ ਸੁਣ ਲਈ। ਜਦੋਂ ਇਹਨੇ ਸੁਣਿਆ ਕਿ ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਭੇਜਿਆ ਤਾਂ ਇਹ ਮਨ ਦੇ ਵਿੱਚ ਬੜਾ ਝੂਰਨ ਲੱਗਿਆ, ਬੜਾ ਇਹਨੂੰ ਸੰਸਾ ਜਾ ਹੋਇਆ ਮਨ ਵਿੱਚ। ਭਾਵਨਾ ਵਾਲਾ ਸੀ, ਗੁਰੂ ਤੇ ਭਾਵਨਾ ਰੱਖਦਾ ਸੀ। ਕਹਿੰਦਾ ਗੁਰੂ ਸਾਹਿਬ ਨੇ ਸਾਰੀ ਸਿੱਖ ਸੰਗਤ ਨੂੰ ਹੁਕਮਨਾਮੇ ਲਿਖ ਕੇ ਭੇਜ ਦਿੱਤੇ, ਪਰ ਮੇਰੇ ਕੋਲ ਹੁਕਮ ਸਤਿਗੁਰੂ ਨੇ ਲਿਖ ਕੇ ਭੇਜਿਆ ਹੀ ਨਹੀਂ। ਕਹਿੰਦਾ ਜਿਵੇਂ ਦੂਜੇ ਗੁਰੂ ਕੇ ਸਿੱਖ ਹੈ, ਮੈਂ ਵੀ ਤਾਂ ਤਨ ਮਨ ਤੋਂ ਗੁਰੂ ਕਾ ਸਿੱਖ ਹੈ, ਮੈਂ ਵੀ ਭਾਵਨਾ ਰੱਖਦਾ ਗੁਰੂ ਤੇ। ਹਾਂ, ਹੋਰ ਕਿਸੇ ਦੀ ਆਸਾ ਮੇਰੇ ਉਰ ਦੇ ਵਿੱਚ, ਹਿਰਦੇ ਦੇ ਵਿੱਚ ਨਹੀਂ ਹੈ, ਬਸ ਗੁਰੂ ਦੇ ਉੱਤੇ ਹੀ ਮੈਂ ਭਾਵਨਾ ਰੱਖਦਾ, ਹੋਰ ਕਿਸੇ ਤੇ ਨਹੀਂ ਉਮੀਦ ਮੇਰੀ। ਇਸ ਤਰ੍ਹਾਂ ਸੋਚਾਂ ਵਿਚਾਰਾਂ ਵਿੱਚ ਪੈ ਗਿਆ ਵੀ ਮੈਨੂੰ ਸਤਿਗੁਰੂ ਨੇ ਕਾਹਤੋਂ ਨਹੀਂ ਯਾਦ ਕੀਤਾ, ਮੈਨੂੰ ਸਤਿਗੁਰੂ ਨੇ ਕਾਹਨੂੰ ਹੁਕਮਨਾਮਾ ਲਿਖ ਕੇ ਨਹੀਂ ਭੇਜਿਆ, ਮੈਨੂੰ ਕਿਉਂ ਨਹੀਂ ਹੁਕਮ ਕੀਤਾ ਵੀ ਤੂੰ ਵੀ ਭੇਟਾ ਕਰ। ਇਸ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਕਰਦਾ ਤੇ ਮਨ ਦੇ ਵਿੱਚ ਪਛਤਾ ਰਿਹਾ ਵੀ ਸ਼ਾਇਦ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਣੀ ਹੈ। ਇਸ ਤਰ੍ਹਾਂ ਸੋਚਦਿਆਂ ਮਨ ਵਿੱਚ ਪਛਤਾ ਰਿਹਾ ਹੈ। ਤੇ ਇਹ ਫਕੀਰ ਨੇ ਵੀ ਫਿਰ ਇਹ ਗੁਰੂ ਘਰ ਵਿਖੇ ਭੇਟਾ ਅਰਪਣ ਕਰਨ ਦੇ ਲਈ 100 ਤੋਲਾ ਜਿਹੜਾ ਸ਼ੁੱਧ ਸੀਗਾ, ਬਿਨਾਂ ਕਿਸੇ ਖੋਟ ਤੋਂ ਐ ਖਰਾ ਸੋਨਾ 100 ਤੋਲਾ ਲੈ ਕੇ ਆਇਆ ਤੇ ਗੁਰਸਿੱਖਾਂ ਦੇ ਹੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਸੋਨਾ ਭੇਜ ਦਿੱਤਾ ਭੇਟਾ। ਤੇ ਨਾਲ ਹੀ ਇੱਕ ਚਿੱਠੀ ਲਿਖ ਕੇ ਭੇਜ ਦਿੱਤੀ, ਇੱਕ ਪੱਤਰਕਾ ਲਿਖ ਦਿੱਤੀ ਸਤਿਗੁਰੂ ਜੀ ਦੇ ਨਾਮ, ਪਿਆਰ ਦੇ ਨਾਲ ਉਲਾਂਭਾ ਵੀ ਦਿੱਤਾ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਕਿਉਂ ਨਹੀਂ ਚੇਤੇ ਕੀਤਾ। ਮਹਾਰਾਜ ਮੈਂ ਤਾਂ ਦਿਨ ਰਾਤ ਤੁਹਾਡਾ ਨਾਮ ਸਿਮਰਦਾ ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤਾਂ ਆਪ ਜੀ ਦੇ ਘਰ ਦਾ, ਗੁਰੂ ਨਾਨਕ ਦੇ ਘਰ ਦਾ ਸਦਾ ਹੀ ਗੋਲਾ ਹਾਂ, ਗੁਲਾਮ ਦਾਸ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੁਸੀਂ ਸਾਰੀ ਸੰਗਤ ਨੂੰ ਇਹ ਸੇਵਾ ਬਖਸ਼ੀ ਹੈ ਤੇ ਇਹ ਸੇਵਾ ਦੇ ਸਮੇਂ ਮੈਨੂੰ ਵੀ ਚੇਤੇ ਕਰ ਲੈਂਦੇ। ਮਹਾਰਾਜ ਸੱਚੇ ਪਾਤਸ਼ਾਹ ਮੈਂ ਥੋੜੀ ਜੀ ਇਹ ਤੁੱਛ ਜੀ ਭੇਟਾ ਭੇਜੀ ਹੈ ਤੇ ਜਦੋਂ ਕਦੇ ਵੀ ਸੇਵਾ ਦਾ ਮੌਕਾ ਬਣੇ ਨਾ ਤਾਂ ਆਪ ਜੀ ਮੈਨੂੰ ਵੀ ਚੇਤੇ ਕਰ ਲਿਆ ਕਰੋ, ਮੇਰੀ ਵੀ ਸੇਵਾ ਲਾ ਦਿਆ ਕਰੋ, ਕਿਉਂਕਿ ਮੈਂ ਤੁਹਾਡਾ ਦਾਸ ਸੇਵਕ ਹਾਂ, ਗੁਰੂ ਨਾਨਕ ਦੇ ਘਰ ਦਾ ਗੋਲਾ ਹੈ ਤੇ ਆਪਣਾ ਦਾਸ ਵਿਚਾਰ ਕੇ, ਆਪਣਾ ਸੇਵਕ ਜਾਣ ਕੇ ਮੈਨੂੰ ਵੀ ਸੇਵਾ ਬਖਸ਼ਿਆ ਕਰੋ। ਉਹਦਾ ਜਿਹੜਾ ਸ਼ੁੱਧ ਸੋਨਾ ਸੀ ਕੁੰਦਨ ਕਿਸਮ ਦਾ,
ਔਰ ਸਤਿਗੁਰ ਉਹ ਲੈ ਕੇ ਤੇ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਉਹਦੀ ਅਰਜੀ, ਉਹਦੀ ਬੇਨਤੀ, ਉਹਦੀ ਚਿੱਠੀ ਪੜ੍ਹੀ ਭਏ ਪ੍ਰਸੰਨ ਅਦਿਕ ਗੁਰ ਗੁਰ ਜੀ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਸੰਨ ਹੋਏ, ਖੁਸ਼ ਹੋਏ ਦੌਲਾ ਸਾਹੂ ਸੁਮੋਲਾ ਪਿਆਰੋ। ਤੇ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਜਿਹੜਾ ਦੌਲੇ ਸ਼ਾਹ ਫਕੀਰ ਆ ਨਾ, ਮੀਆਂ ਦੌਲਾ, ਕਹਿੰਦੇ ਇਹ ਤਾਂ ਰੱਬ ਦਾ ਬੜਾ ਪਿਆਰਾ ਫਕੀਰ ਹੈ। ਉਪਕਾਰ ਸਦਾ ਉਰਤਾਰ। ਹਾਂ, ਤੇ ਸਦਾ ਹੀ ਉਹਦੇ ਹਿਰਦੇ ਦੇ ਵਿੱਚ ਪਰ ਉਪਕਾਰ ਦੇ ਹੜ ਵਗਦੇ ਰਹਿੰਦੇ ਆ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਉਮਾ ਚੱਲਦੇ ਰਹਿੰਦੇ ਆ ਉਹਦੇ ਹਿਰਦੇ ਵਿੱਚ। ਹਮੇਸ਼ਾ ਪਰ ਉਪਕਾਰ ਦਾ ਉਮਾਹੜਾ ਰਹਿੰਦਾ, ਪਰ ਉਪਕਾਰ ਪੈਦਾ ਹੁੰਦਾ ਰਹਿੰਦਾ ਹੈ। ਜੀਵਨ ਕੇ ਹਿਤ ਕੋ ਕਰਤਾ। ਸਾਰੇ ਜੀਵਾਂ ਦਾ ਹਿਤੂ ਹੈ, ਸਾਰੇ ਜੀਵਾਂ ਦਾ ਭਲਾ ਕਰਦਾ ਹੈ ਇਹ ਫਕੀਰ। ਦੁਖੀਨ ਦਇਆ ਦਿਲ ਧਰਤਾ। ਹਾਂ, ਜੇਕਰ ਕਿਸੇ ਨੂੰ ਦੁਖੀ ਦੇਖੇ ਨਾ ਤੇ ਉਹਦੇ ਉੱਤੇ ਦਇਆ ਕਰਦਾ, ਤਰਸ ਕਰਦਾ ਇਹ ਫਕੀਰ। ਸਤਿਗੁਰੂ ਜੀ ਕਹਿੰਦੇ ਹੈ ਤਾਂ ਮਹਾਨ ਪਰ ਨਿਮਾਣਾ ਬਣ ਕੇ ਰਹਿੰਦਾ। ਰਹਿ ਨਿਮਾਨੋ ਇਹ ਮਹਾਨੋ। ਬੜਾ ਮਹਾਨ ਫਕੀਰ ਹੈ, ਰੱਬ ਦੀ ਬੰਦਗੀ ਕਰਨ ਵਾਲਾ ਸਾਈਂ ਮੀਆਂ ਦੌਲੇ ਸ਼ਾਹ, ਪਰ ਕਹਿੰਦੇ ਬੜਾ ਨਿਮਾਣਾ, ਨਿਤਾਣਾ, ਨਿਮਰਤਾ ਦੇ ਵਿੱਚ ਰਹਿਣ ਵਾਲਾ ਹੈ। ਕਿਉਂ ਰਹਿੰਦਾ ਹੈ? ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੇ ਉਹ ਟਿਕਾਣਾ ਲੱਭ ਲਿਆ, ਉਹਨੇ ਸਥਿਤੀ ਹੋ ਗਈ ਹੈ, ਮਨ ਉਹਦਾ ਟਿਕ ਗਿਆ ਜਿੱਥੇ ਆਨੰਦ ਹੀ ਆਨੰਦ ਹੈ। ਆਨੰਦ ਦੇ ਵਿੱਚ ਉਹਦਾ ਟਿਕਾ ਹੋ ਗਿਆ, ਸਥਿਤੀ ਹੋ ਗਈ ਹੈ। ਇਸ ਪ੍ਰਕਾਰ ਸੁਭਾਏ ਮਾਨ ਮੁਖਾਰਬਿੰਦ ਤੋਂ, ਪਵਿੱਤਰ ਮੁਖਾਰਬਿੰਦ ਤੋਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਜੀ ਨੇ ਉਸ ਫਕੀਰ ਦੀ ਮਹਿਮਾ ਵਡਿਆਈ ਕੀਤੀ ਹੈ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਤਾਂ ਆਪਣੇ ਭਗਤਾਂ ਨੂੰ ਹਮੇਸ਼ਾ ਹੀ ਵਡਿਆਈ ਬਖਸ਼ਦੇ ਆ। ਕੋਈ ਉਹਨਾਂ ਦੀ ਭਗਤੀ ਕਰਕੇ ਤਾਂ ਵੇਖੇ। ਜਿਹੜਾ ਵੀ ਉਹਨਾਂ ਨੂੰ ਆਪਣਾ ਆਪਾ ਸੌਂਪ ਦਿੰਦਾ ਹੈ ਤੇ ਗੁਰਮੁਖ ਪਿਆਰੋ ਸਤਿਗੁਰ ਸੱਚੇ ਪਾਤਸ਼ਾਹ ਉਹਦੀ ਬੱਲੇ ਬੱਲੇ ਉਹਦੀ ਜੈ ਜੈਕਾਰ ਕਰਵਾ ਹੀ ਦਿੰਦੇ ਆ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹ ਪ੍ਰਗਟ ਕਰ ਦਿੰਦੇ ਆ ਉਹਨੂੰ, ਉਹ ਛੁਪਿਆ ਨਹੀਂ ਰਹਿੰਦਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਜੁਗਾਂ ਜੁਗਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਸ਼ੋਭਾ ਕਰਵਾ ਦਿੰਦੇ ਆ। ਜੋ ਹਰ ਜਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵ ਦੀ, ਜਨ ਕਾ ਜੈਕਾਰ ਕਰਾਈ। ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ ਜੈ ਜੈਕਾਰ ਸਤਿਗੁਰੂ ਜੀ ਕਰਾ ਦਿੰਦੇ ਆ। ਆਪਣੇ ਭਗਤਾਂ ਨੂੰ, ਸੇਵਕਾਂ ਨੂੰ ਆਪ ਹੀ ਵਡਿਆਈ ਬਖਸ਼ਦੇ ਹਨ। ਉਧਰ ਜਿੱਥੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਭੇਜੇ, ਆਪਣਾ ਹੁਕਮ ਭੇਜਿਆ, ਸਾਰੀਆਂ ਜਗ੍ਹਾ ਤੋਂ ਜਿਹੜਾ ਸ਼ੁੱਧ ਸੋਨਾ ਸੀ ਉਹ ਗੁਰੂ ਘਰ ਵਿਖੇ ਆ ਰਿਹਾ ਹੈ। ਇਸ ਤਰ੍ਹਾਂ ਸੋਨਾ ਇਕੱਤਰ ਹੁੰਦਿਆਂ ਹੁੰਦਿਆਂ ਕਹਿੰਦੇ ਇੱਕ ਖਜ਼ਾਨਾ ਸੰਪੂਰਨ ਹੋ ਗਿਆ, ਭਰ ਗਿਆ। ਤੇ ਕਿੰਨਾ ਸੋਨਾ ਇਕੱਤਰ ਹੋਇਆ? ਕਵੀ ਜੀ ਕਹਿੰਦੇ ਗਿਣਤੀ ਨਹੀਂ ਗਿਣੀ ਜਾ ਸਕਦੀ। ਬੇਅੰਤ ਹੀ ਸੋਨਾ, ਅੰਤ ਤੋਂ ਰਹਿਤ, ਗਿਣਤੀ ਤੋਂ, ਸ਼ੁਮਾਰ ਤੋਂ ਰਹਿਤ, ਬੇਸ਼ੁਮਾਰ ਇਕੱਤਰ ਹੋ ਗਿਆ। ਹੁਣ ਆਪਾਂ ਵੀ ਸੋਚਦੇ ਹੋਵਾਂਗੇ ਮਨਾਂ ਦੇ ਵਿੱਚ, ਤੇ ਉਸ ਵੇਲੇ ਵੀ ਸਿੱਖਾਂ ਨੇ ਸ਼ਾਇਦ ਸੋਚਿਆ ਹੋਵੇ। ਖੈਰ ਉਸ ਵੇਲੇ ਵਾਲੇ ਤਾਂ ਘੱਟ ਸੋਚਦੇ ਹੋਣਗੇ, ਕਿਉਂਕਿ ਸ਼ਰਧਾ ਭਾਵਨਾ ਉਹਨਾਂ ਦੀ ਬਹੁਤੀ ਸੀ, ਸਾਡੇ ਵਰਗੇ ਕੱਚੇ ਨਹੀਂ ਸਨ। ਤੇ ਸਾਨੂੰ ਲੱਗਦਾ ਹੋਵੇਗਾ ਸੁਣ ਕੇ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੇ ਪੁੱਤਰਾਂ ਦਾ ਦਾਨ ਕਰ ਸਕਦੇ ਆ, ਸਰਬੰਸ ਦਾ ਦਾਨ ਕਰ ਸਕਦੇ, ਉਹਨਾਂ ਨੇ ਸੋਨਾ ਇਕੱਤਰ ਕਰਕੇ ਕੀ ਕਰਨਾ ਸੀ। ਤੇ ਕਵੀ ਜੀ ਇੱਥੇ ਸਪਸ਼ਟ ਕਰ ਰਹੇ ਹੈ, ਕਹਿੰਦੇ ਇਹ ਮਾਇਆ ਕੋ ਕੀਨ ਚਲਿੱਤਰਾ। ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਈ ਮਾਇਆ ਦਾ ਚਲਿੱਤਰ ਕਰ ਰਹੇ ਆ, ਕੋਈ ਕੌਤਕ ਵਰਤਾ ਰਹੇ ਹਨ ਮਾਇਆ ਦਾ। ਆਪਣੀ ਸੰਗਤ ਨੂੰ ਪਵਿੱਤਰ ਕਰਨ ਦੇ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਕੌਤਕ ਰਚਿਆ ਹੈ। ਫਿਰ ਕਵੀ ਜੀ ਕਹਿੰਦੇ ਜਦੋਂ ਦਾ ਉਹ ਸੋਨਾ ਨਾ ਸਾਰਾ ਇਕੱਠਾ ਹੋਇਆ, ਸਤਿਗੁਰੂ ਜੀ ਨੇ ਕੋਸ਼ ਦੇ ਵਿੱਚ, ਖਜ਼ਾਨੇ ਦੇ ਵਿੱਚ, ਤੋਸ਼ੇਖਾਨੇ ਵਿੱਚ ਜਮ੍ਹਾਂ ਕਰਵਾ ਲਿਆ।
ਬਸ ਜਦੋਂ ਤੱਕ ਇਕੱਤਰ ਕੀਤਾ ਉਦੋਂ ਤੱਕ ਹੀ ਸਤਿਗੁਰ ਦੇ ਧਿਆਨ ਵਿੱਚ ਸੀ। ਮੁੜ ਕੇ ਤਾਂ ਸਤਿਗੁਰੂ ਨੇ ਚੇਤੇ ਵੀ ਨਹੀਂ ਕੀਤਾ ਵੀ ਮੇਰੇ ਕੋਲ ਇੰਨਾ ਸੋਨਾ ਪਿਆ, ਕਿਉਂਕਿ ਸਭ ਕੁਝ ਜਿਸ ਦੇ ਵੱਸ ਵਿੱਚ ਹੈ, ਤਿੰਨਾਂ ਲੋਕਾਂ ਦਾ ਜੋ ਮਾਲਕ ਹੈ, ਉਹਨੂੰ ਸੋਨੇ ਚਾਂਦੀ ਨਾਲ ਕੀ ਹੈ। ਕੰਚਨ ਸਿਓ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਜਿਹੜਾ ਸਾਡੇ ਮਨ ਲੈ ਕੇ ਤੇ ਸਾਨੂੰ ਆਪਣਾ ਨਾਮ ਬਖਸ਼ ਦਿੰਦਾ ਹੈ, ਤੇ ਉਹਨੂੰ ਅਸੀਂ ਸੋਨੇ ਨਾਲ ਤੋਲਾਂਗੇ, ਉਹਦੀ ਸੁਰਤ ਸੋਨੇ ਵਿੱਚ ਜਾਵੇਗੀ? ਨਹੀਂ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਸਾਰਾ ਖਜ਼ਾਨਾ ਇਕੱਤਰ ਕਰਵਾ ਕੇ ਇੱਕ ਤੋਸ਼ੇ ਖਾਨੇ ਵਿੱਚ ਸਾਰਾ ਸੋਨਾ ਜਮ੍ਹਾਂ ਕਰਵਾ ਦਿੱਤਾ। ਜਿੰਨੀ ਦੇਰ ਤੱਕ ਸਤਿਗੁਰ ਸੱਚੇ ਪਾਤਸ਼ਾਹ ਨੇ ਇਹਨੂੰ ਉਹਦੇ ਵਿੱਚ ਧਰਾਤਾ ਤੇ ਉਦੋਂ ਤੱਕ ਚੇਤੇ ਸੀ। ਪੁੰਨ ਗੁਰ ਔਰ ਚੇਤਾ ਨਹਿ ਆਇਸ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਚੇਤੇ ਵੀ ਨਹੀਂ ਕੀਤਾ, ਚਿਤਾਰਿਆ ਹੀ ਨਹੀਂ ਮੁੜ ਕੇ। ਹਾਂ, ਜਿਹੜਾ ਕੋਸ਼ਪ ਸੀ, ਖਜ਼ਾਨਚੀ ਸੀ ਨਾ, ਉਹਨੇ ਖਜ਼ਾਨੇ ਦੇ ਵਿੱਚ ਰੱਖ ਲਿਆ। ਨਾ ਤਾਂ ਉਹ ਸੋਨੇ ਦਾ ਕੁਝ ਕੀਤਾ, ਉਵੇਂ ਹੀ ਪਿਆ ਰਿਹਾ, ਤੇ ਨਾ ਹੀ ਕਿਸੇ ਨੂੰ ਦਿੱਤਾ ਹੈ। ਇਸ ਪ੍ਰਕਾਰ ਕਹਿੰਦੇ ਬਹੁਤ ਭਾਰੀ ਲక్ష్ਮੀ ਧਨ ਮਾਇਆ ਪਦਾਰਥ ਇਕੱਤਰ ਹੋ ਗਿਆ। ਹਾਂ, ਪਰ ਉਹ ਮਾਇਆ ਨੂੰ ਨਾ ਤਾਂ ਕਿਸੇ ਨੂੰ ਦਿੱਤਾ ਤੇ ਨਾ ਉਹਦਾ ਲੈਣ ਦੇਣ ਕਰਕੇ ਕੋਈ ਕਾਜ ਸਵਾਰਿਆ ਹੈ। ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਈ ਅਸਚਰਜ ਲੀਲਾ, ਕੋਈ ਕੌਤਕ ਇਸ ਤਰ੍ਹਾਂ ਦਾ ਕਰ ਰਿਹਾ, ਹੈਰਾਨੀਜਨਕ। ਪਰ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ, ਕਿਸੇ ਨੇ ਨਹੀਂ ਮਨ ਦੇ ਵਿੱਚ ਜਾਣਿਆ, ਦਿਲਾਂ ਵਿੱਚ ਜਾਣਿਆ ਕਿ ਸਤਿਗੁਰੂ ਕੀ ਕੌਤਕ ਵਰਤਾ ਰਹੇ ਹਨ। ਹਾਂ, ਅਸਲ ਦੇ ਵਿੱਚ ਹੈ ਕੀ ਸੀ? ਕਹਿੰਦੇ ਇੱਕ ਵਾਰ ਸਤਿਗੁਰੂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਨਾਲ ਹਮੇਸ਼ਾ 2200 ਘੋੜ ਅਸਵਾਰ ਰਹਿੰਦਾ ਸੀ, ਸਤਿਗੁਰ ਸੱਚੇ ਪਾਤਸ਼ਾਹ ਆਪ ਵੀ ਸ਼ਸਤਰਧਾਰੀ ਰਹਿੰਦੇ ਸਨ, ਪਰ ਨਿਮਰਤਾ ਦੇ ਪੁੰਜ ਇੰਨੇ ਕਿ ਹਮੇਸ਼ਾ ਆਪਣਾ ਚੋਲਾ ਚੋਗਾ ਹੱਥ ਦੇ ਵਿੱਚ ਚੁੱਕ ਕੇ ਤੁਰਨਾ। ਕਿਉਂਕਿ ਸਤਿਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਨਾ ਕਿ ਜੇ ਚੋਲਾ ਵੱਡਾ ਪਹਿਨਣਾ ਹੋਵੇ ਤਾਂ ਇਹਨੂੰ ਸੰਭਾਲ ਕੇ ਤੁਰੀਦਾ। ਭਾਵ ਜੇ ਵੱਡੀ ਜ਼ਿੰਮੇਵਾਰੀ ਚੁੱਕੀਏ, ਵੱਡਾ ਚੋਲਾ ਪਾ ਲਈਏ, ਤਾਂ ਉਹ ਜ਼ਿੰਮੇਵਾਰੀ ਨੂੰ ਨਿਭਾਈਏ ਵੀ। ਕਿਉਂਕਿ ਸਤਿਗੁਰੂ ਦੇ ਚੋਲੇ ਦੇ ਨਾਲ ਨਾ ਬਚਪਨ ਦੇ ਵਿੱਚ ਇੱਕ ਫੁੱਲ ਟੁੱਟ ਗਿਆ ਸੀ, ਤੇ ਸਤਿਗੁਰਾਂ ਨੇ ਆਖਿਆ ਸੀ ਦਾਮਨ ਥਾਮ ਚੱਲੋ। ਇਹ ਦਾਮਨ ਨੂੰ ਥੰਮ ਕੇ ਹੱਥ ਦੇ ਵਿੱਚ ਉਠਾ ਕੇ ਹੀ ਚੱਲਣਾ ਚਾਹੀਦਾ। ਕਹਿਣ ਦਾ ਭਾਵ ਸੀ ਕਿ ਜਿੰਨਾ ਵੱਡਾ ਚੋਲਾ, ਭਾਵ ਜਿੰਨੀ ਵੱਡੀ ਜ਼ਿੰਮੇਵਾਰੀ ਹੈ, ਉਨਾ ਜ਼ਿੰਮੇਵਾਰ ਬਣਨਾ ਚਾਹੀਦਾ। ਅਤੇ ਇੱਕ ਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਧਰ ਕੀਰਤਪੁਰ ਸਾਹਿਬ ਵਾਲੇ ਪਹਾੜ ਵਾਲੇ ਪਾਸੇ ਗੁਰਸਿੱਖਾਂ ਦੇ ਨਾਲ ਵਿਚਰਦੇ ਫਿਰਦੇ ਸਨ, ਅਤੇ ਸਤਿਗੁਰ ਦੇ ਮਨ ਦੇ ਵਿੱਚ ਕੋਈ ਐਸਾ ਖਿਆਲ ਆਇਆ ਕਿ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ, ਕਹਿੰਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਸੰਗਤ ਦਾ ਜਹਾਜ਼ ਬਣਾਇਆ ਸੀ ਨਾ, ਕਹਿੰਦੇ ਫਟ ਗਿਆ ਹੁਣ। ਭਾਵ ਗੁਰੂ ਕੇ ਸਿੱਖ ਅਲੱਗ ਥਲੱਗ ਜੇ ਹੋ ਗਏ ਆ, ਆਪਸ ਵਿੱਚ ਇਕੱਤਰ ਨਹੀਂ ਹੁੰਦੇ। ਸੋ ਗੁਰੂ ਨਾਨਕ ਦਾ ਜਹਾਜ਼ ਕਹਿੰਦੇ ਫਟ ਗਿਆ ਹੈ। ਤੇ ਗੁਰੂ ਕਾ ਪੰਥ ਖਾਲਸਾ ਜਿਸ ਵੇਲੇ ਉਪਜਿਆ ਹੈ, ਪ੍ਰਗਟ ਹੋਇਆ ਹੈ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਸੋ ਜਿਹੜੀ ਇਹ ਅਕਾਲ ਪੁਰਖ ਦੀ ਫੌਜ ਪ੍ਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਈ ਹੈ। ਹਾਂ, ਤੇ ਉਹ ਜਿਹੜਾ ਜਹਾਜ਼ ਸੀ ਨਾ, ਜਿਹੜੀ ਗੁਰੂ ਕੀ ਸੰਗਤ ਬਿਖਰੀ ਹੋਈ ਸੀ, ਅਲੱਗ ਥਲੱਗ ਹੋਈ ਸੀ, ਉਹ ਜਹਾਜ਼ ਨੂੰ ਸਾਬਤ ਕਰ ਦਿੱਤਾ ਧੰਨ ਕਲਗੀਆਂ ਵਾਲੇ ਪਾਤਸ਼ਾਹ ਨੇ। ਭਾਵ ਸੰਗਤਾਂ ਨੂੰ ਮੁੜ ਤੋਂ ਇਕੱਤਰ ਕਰਕੇ ਗੁਰੂ ਘਰ ਦੇ ਨਾਲ ਜੋੜ ਦਿੱਤਾ, ਗੰਢ ਦਿੱਤਾ। ਹਾਂ, ਜਿਹੜੇ ਟੁੱਟੇ ਫੁੱਟੇ ਸੀ ਨਾ, ਗੁਰੂ ਘਰ ਦੇ ਨਾਲੋਂ ਸ਼ਰਧਾ ਭਾਵਨਾ ਤੋੜ ਕੇ ਬਹਿ ਗਏ ਸੀ, ਸਤਿਗੁਰ ਨੇ ਦੁਬਾਰਾ ਜੋੜ ਦਿੱਤੇ। ਜਿਹੜੇ ਬਹੁਤੇ ਫਟ ਗਏ ਸੀ, ਬਹੁਤੇ ਦੂਰ ਹੋ ਗਏ ਸਨ। ਜਦੋਂ ਉਹਨਾਂ ਨੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਤੱਕਿਆ ਤੇ ਗੁਰੂ ਕੇ ਖਾਲਸੇ ਦਾ ਤੇਜ ਪ੍ਰਤਾਪ ਤੱਕਿਆ ਨਾ, ਗੁਰੂ ਔਰ ਗੁਰੂ ਪੰਥ ਦਾ ਤੇਜ ਪ੍ਰਤਾਪ ਦੇਖ ਕੇ ਉਹ ਸਾਰੇ ਦੁਬਾਰਾ ਪ੍ਰਭਾਵਿਤ ਹੋ ਕੇ ਮੁੜ ਆਏ। ਜਿਵੇਂ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਰਚਾਏ, ਤੇ ਇਸ ਪ੍ਰਕਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਕਾਜ ਸਵਾਰ ਦਿੱਤੇ। ਦਾਸ ਉਧਾਰੇ
ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਹਾ ਵਿਘਨਾਂ ਤੋਂ ਆਪਣੇ ਸੇਵਕਾਂ ਨੂੰ ਉਧਾਰ ਕੀਤਾ, ਤਾਰ ਦਿੱਤਾ। ਗੁਰਮਤਿ ਸਿੱਖੀ ਬਹੁ ਵਿਸਤਾਰੇ, ਬਹੁਤ ਵਿਸਥਾਰ ਗੁਰਸਿੱਖੀ ਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੀਤਾ। ਭਗਤ ਸੰਤੋਖ ਸਿੰਘ ਹਵੈ ਬਲਮਾਰੇ। ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਮਹਾਂਪੁਰਖ ਕਹਿ ਰਹੇ ਹੈ, ਕਹਿੰਦੇ ਮੈਂ ਸੰਤੋਖ ਸਿੰਘ ਕਵੀ ਸਤਿਗੁਰੂ ਜੀ ਤੋਂ ਬਲਹਾਰ ਕੁਰਬਾਨ ਜਾਂਦਾ ਹਾਂ। ਪੂਰਾ ਕਲਗੀਧਰ ਸਤਿਗੁਰੂ ਕੇ ਬਾਤ ਬਾਤ ਮੈਂ ਬਾਤ। ਕਲਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਤ ਮੈਂ ਬਾਤ, ਕਹਿੰਦੇ ਉਹਨਾਂ ਦੀ ਗੱਲਬਾਤ ਦੇ ਵਿੱਚ ਨਾ ਕੋਈ ਬਾਤ ਹੁੰਦੀ ਹੈ, ਜਿਵੇਂ ਆਪਾਂ ਬਾਤਾਂ ਪਾਉਂਦੇ ਆ, ਬਾਤ ਬੁੱਝੋ ਆਪਾਂ ਕਹਿੰਦੇ ਆ, ਬਾਤ ਪਾਉਂਦੇ ਆ ਬੁਝਾਰਤਾਂ। ਕਹਿੰਦੇ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜਿਹੜੀ ਵੀ ਗੱਲਬਾਤ ਕਰਦੇ ਆ, ਜਿਹੜਾ ਵੀ ਕੋਈ ਬਚਨ ਕਰਦੇ ਆ ਜਾਂ ਜਿਹੜਾ ਵੀ ਕੌਤਕ ਵਰਤਾਉਂਦੇ ਆ ਨਾ, ਉਹ ਐਵੇਂ ਨਹੀਂ ਹੁੰਦਾ, ਅਕਾਰਨ ਨਹੀਂ ਹੁੰਦਾ, ਕੋਈ ਉਹਦਾ ਕੋਈ ਮਤਲਬ ਹੁੰਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਤ ਮੈਂ ਬਾਤ, ਕਹਿੰਦੇ ਸਤਿਗੁਰੂ ਜੀ ਦੇ ਬਚਨਾਂ ਵਿੱਚ, ਸਤਿਗੁਰੂ ਜੀ ਦੇ ਕੌਤਕਾਂ ਦੇ ਵਿੱਚ ਕੋਈ ਨਾ ਕੋਈ ਬਾਤ ਹੁੰਦੀ ਹੈ, ਬੁਝਾਰਤ ਹੁੰਦੀ ਹੈ, ਕੋਈ ਨਾ ਕੋਈ ਗੁਹਜ ਭਾਵ ਹੁੰਦਾ, ਗੁੱਝਾ ਭਾਵ ਹੁੰਦਾ ਹੈ, ਅੰਤਰੀਵ ਉਹਦਾ ਕੋਈ ਨਾ ਕੋਈ ਅਰਥ ਹੁੰਦਾ ਹੈ। ਜੋ ਸਾਧੇ ਸਿਰ ਉਦ ਤਿਸ ਨਿਕਲੰਕ ਜਿਮ ਧਾਤ। ਹਾਂ, ਕਹਿੰਦੇ ਜਿਹੜਾ ਵੀ, ਕਹਿੰਦੇ ਜਿਵੇਂ ਰਸਾਇਣ ਨੂੰ, ਧਾਤੂ ਨੂੰ ਸਾਧਿਆ ਜਾਵੇ, ਸੋਧਿਆ ਜਾਂਦਾ ਨਾ, ਧਾਤੂ ਮਾਰੀਆਂ ਜਾਂਦੀਆਂ, ਧਾਤਾਂ ਨੂੰ ਸੋਧਿਆ ਜਾਂਦਾ, ਤੇ ਇਸ ਪ੍ਰਕਾਰ ਧਾਤੂਆਂ ਨੂੰ ਸੋਧਣ ਦੇ ਨਾਲ ਕਹਿੰਦੇ ਉਹ ਰਸਾਇਣ ਬਣ ਜਾਂਦਾ, ਚੰਗੀ ਦਵਾਈ, ਔਖ ਦੀ ਜੜੀ ਬੂਟੀ ਬਣ ਜਾਂਦੀ ਹੈ। ਇਸੇ ਤਰ੍ਹਾਂ ਵੈਦਿਕ ਦੇ ਵਿੱਚ ਨਿਸ਼ਕਲੰਕ ਪਾਰੇ ਨੂੰ ਕਹਿੰਦੇ ਆ। ਪਾਰੇ ਨੂੰ ਕਹਿੰਦੇ ਜਿਵੇਂ ਸੋਧਿਆ ਜਾਂਦਾ, ਸ਼ੁੱਧ ਕੀਤਾ ਜਾਂਦਾ ਹੈ, ਤੇ ਉਹ ਰਸਾਇਣ ਬਣ ਜਾਂਦਾ ਚੰਗਾ। ਇਸੇ ਪ੍ਰਕਾਰ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਤ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਹੈ, ਜਿਨ੍ਹਾਂ ਨੇ ਆਪਣੇ ਮਨਾਂ ਦੇ ਨਾਲ ਸਾਧ ਕੇ, ਮਨ ਸਿੱਧੇ ਕਰਕੇ ਸਤਿਗੁਰੂ ਦੇ ਉਹਨਾਂ ਬਚਨਾਂ ਨੂੰ ਸਮਝ ਲਿਆ, ਸਤਿਗੁਰੂ ਦੇ ਕੌਤਕਾਂ ਨੂੰ ਜਿਨ੍ਹਾਂ ਨੇ ਜਾਣ ਲਿਆ, ਤੇ ਉਹ ਵੀ ਕਹਿੰਦੇ ਉਸ ਪਾਰੇ ਦੀ ਤਰ੍ਹਾਂ ਸ਼ੁੱਧ ਰਸਾਇਣ ਬਣ ਗਏ। ਔਖ ਦੀ ਜਿਵੇਂ ਉਹ ਚੰਗੀ ਬਣ ਜਾਂਦੀ ਹੈ ਦਵਾਈ ਰੋਗਾਂ ਨੂੰ ਦੂਰ ਕਰਨ ਦੇ ਲਈ, ਉਹ ਗੁਰਸਿੱਖ ਮਹਾਂਪੁਰਖ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਬਾਤ ਨੂੰ, ਸਤਿਗੁਰੂ ਜੀ ਦੇ ਬਚਨਾਂ ਨੂੰ ਸਮਝ ਲਿਆ, ਕਹਿੰਦੇ ਉਹ ਵੀ ਸ਼ੁੱਧ ਬਣ ਗਏ ਪਾਰੇ ਦੀ ਤਰ੍ਹਾਂ। ਸਿੱਖ ਸੰਗਤ ਕੋ ਬਰਸ ਮੈਂ ਕੀਟਕ ਸਠਵੇਂ ਮਾਸ। ਇਸ ਪ੍ਰਕਾਰ ਗੁਰੂ ਕੀ ਸੰਗਤ ਕੋਈ ਸਾਲ ਦੇ ਵਿੱਚ ਇੱਕ ਵਾਰੀ, ਤੇ ਕੋਈ 6ਵੇਂ ਮਾਸ ਭਾਵ 6ਵੇਂ ਮਹੀਨੇ ਆਵੇ ਅਰਪੇ ਪਾਏ ਫਲ ਹੋਤ ਵਿਸਾਲ ਪ੍ਰਕਾਸ਼। ਆਉਂਦੀਆਂ ਗੁਰੂ ਕੀਆਂ ਸੰਗਤਾਂ ਕੋਈ ਸਾਲ ਪਿੱਛੋਂ ਆਉਂਦਾ ਹੈ, ਕੋਈ 6 ਮਹੀਨਿਆਂ ਪਿੱਛੋਂ ਆਉਂਦਾ ਹੈ, ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣੀਆਂ ਭੇਟਾਵਾਂ ਅਰਪਣ ਕਰਦੀਆਂ ਹਨ, ਸਤਿਗੁਰੂ ਦੇ ਚਰਨਾਂ ਵਿੱਚ ਭੇਟ ਕਰਦੀਆਂ ਹਨ, ਤੇ ਫਲ ਪ੍ਰਾਪਤ ਕਰਦੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ, ਬਹੁਤਾ ਮਹਾਤਮ ਪ੍ਰਾਪਤ ਕਰਦੀਆਂ ਹਨ। ਇਸ ਪ੍ਰਕਾਰ ਹੋਤ ਵਿਸਾਲ ਪ੍ਰਕਾਸ਼, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਚਾਨਣਾ ਹੈ ਗਿਆਨ ਦਾ, ਉਹ ਪ੍ਰਗਟ ਰੂਪ ਦੇ ਵਿੱਚ ਪ੍ਰਕਾਸ਼ ਹੋ ਰਿਹਾ ਹੈ। ਚੌਪਾਏ ਧਨ ਅਗੰਤ ਚੱਲਿਓ ਨਿਤ ਆਵੇ। ਇਸ ਪ੍ਰਕਾਰ ਬਿਨਾਂ ਗਿਣਤੀ ਮਿਣਤੀ ਤੋਂ ਅਣਗਿਣਤ ਧਨ ਗੁਰੂ ਘਰ ਵਿਖੇ ਆ ਰਿਹਾ ਹੈ। ਗਿਣਤੀ ਕਿਸ ਕੋ ਨੇ ਪਾਵੇ। ਹਾਂ, ਕੁਝ ਗਿਣਤੀ ਨਹੀਂ ਹੁੰਦੀ ਕਿਸੇ ਕੋਲੋਂ। ਇੱਕ ਦਿਨ ਬੈਠੇ ਗੁਰੂ ਕਿਰਪਾਲਾ। ਇਸੇ ਤਰ੍ਹਾਂ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾਲੂ ਸਤਿਗੁਰੂ ਜੀ ਕਿਰਪਾ ਦੇ ਘਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਨ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਕੋਈ ਅਚਰਜ ਲੀਲਾ, ਕੋਈ ਹੈਰਾਨੀਜਨਕ ਕੌਤਕ ਵਰਤਾ ਰਹੇ ਹਨ। 10 ਜਿਹੜੇ ਸਿੱਖ ਸੇਵਕ ਸਨ ਉਹਨਾਂ ਨੂੰ ਹੁਕਮ ਕੀਤਾ ਇਸ ਤਰ੍ਹਾਂ, ਕਹਿੰਦੇ ਤੋਸ਼ੇ ਖਾਨੇ ਦੇ ਵਿੱਚ ਜਿੰਨਾ ਸੋਨਾ ਚਾਂਦੀ ਜੋ ਕੁਝ ਵੀ ਪਿਆ ਉਹਨੂੰ ਬਾਹਰ ਕੱਢੋ। ਹਾਂ, ਕਹਿੰਦੇ ਲਿਆ ਕੇ ਸਾਰਾ ਮੇਰੇ ਅੱਗੇ ਰੱਖ ਦੇਵੋ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਰ ਨਾ ਕਰੋ ਤੇ ਬਹੁਤੇ ਸਿੰਘ ਲੱਗ ਜਾਓ, ਥੋੜਿਆਂ ਨਾਲ ਨਹੀਂ ਸਰਨਾ, ਕਹਿੰਦੇ ਖਜ਼ਾਨਾ ਕਾਫੀ ਹੈ, ਇਸ ਕਰਕੇ ਬਹੁ ਗਿਣਤੀ ਦੇ ਵਿੱਚ, ਜ਼ਿਆਦਾ ਗਿਣਤੀ ਵਿੱਚ ਸਿੱਖ ਸੰਗਤਾਂ ਸੇਵਾ ਵਿੱਚ ਲੱਗ ਜਾਵੋ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਪਾ ਕਰਕੇ
ਸਤਿਗੁਰੂ ਜੀ ਦਾ ਹੁਕਮ ਸੁਣ ਕੇ ਤੇ ਕੱਢਣ ਲੱਗ ਪਏ ਸਿੱਖ ਜਿਹੜੇ ਖਜ਼ਾਨਾ ਸੀ ਤੋਸ਼ੇਖਾਨੇ ਵਿੱਚ। ਬਾਬਤਾ ਮਲਮਲ ਖਾਸੇ। ਹਾਂ, ਜ਼ਰੀਦਾਰ ਜਿਹੜੇ ਬਾਫਤਾ ਕਿਸਮ ਦੇ ਕੱਪੜੇ ਸਨ, ਮਲਮਲ ਦੇ ਕੱਪੜੇ ਸਨ, ਔਰ ਖਾਸੇ ਦਾ ਜਿਹੜੀ ਮਲਮਲ ਸੀ, ਢਾਕੇ ਦੀ ਮਲਮਲ ਸੀ। ਸੋ ਇਹ ਸਾਰੇ ਪ੍ਰਕਾਰ ਦੇ ਜਿਹੜੇ ਵਸਤਰ ਕੱਢਣ ਲੱਗ ਪਏ ਬਾਹਰ। ਤੇ ਹੋਰ ਕਹਿੰਦੇ ਤਾਸ ਜਿਹੜੇ ਤਿੱਲੇਦਾਰ ਕੱਪੜਾ ਸੀ, ਤੇ ਬਾਦਲਾ ਜਿਹੜਾ ਰੇਸ਼ਮ ਦਾ ਕੱਪੜਾ, ਸੋਨੇ ਚਾਂਦੀ ਦੀਆਂ ਤਾਰਾਂ ਦੇ ਨਾਲ ਬੁਣਿਆ ਹੋਇਆ, ਤੇ ਚਮਕਤ ਘਨੇ ਜਿਹੜਾ ਬਹੁਤਾ ਹੀ ਚਮਕਦਾ ਦਮਕਦਾ ਸੀ, ਚਮਕਾ ਮਾਰ ਰਿਹਾ। ਇਸੇ ਤਰ੍ਹਾਂ ਖੀਨ ਖਾਬ ਦੁੱਤੀਵੰਤ ਜਿਹੜਾ ਬੜਾ ਸ਼ੋਭਾ ਵਾਲਾ ਥਾਨ ਸਨ ਨਾ ਕੱਪੜੇ ਦੇ, ਜਰ ਬੂਟੇ ਸਨੇ ਤੇ ਜਰੀ ਦੇ ਨਾਲ ਜਿਨ੍ਹਾਂ ਦੇ ਉੱਤੇ ਕਢਾਈ ਕੀਤੀ ਹੋਈ ਸੀ, ਤੇ ਜਿਨ੍ਹਾਂ ਦੇ ਉੱਤੇ ਵੇਲ ਬੂਟੀਆਂ ਵੀ ਬੜੀਆਂ ਸੋਹਣੀਆਂ ਪਾਈਆਂ ਸਨ। ਤੇ ਗੁਰੂ ਕੇ ਸਿੱਖ ਭਾਰ ਚੁੱਕ ਚੁੱਕ ਕੇ, ਪੰਡਾਂ ਚੁੱਕ ਚੁੱਕ ਕੇ ਲੈ ਕੇ ਆ ਰਹੇ ਹਨ। ਸਤਿਗੁਰ ਕੇ ਅਗਰ ਟਿਕਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਿਆ ਲਿਆ ਕੇ ਟਿਕਾ ਰਹੇ ਹਨ। ਵਸਤਰ ਜਾਤ ਅਨੇਕ ਪ੍ਰਕਾਰੋ। ਵਸਤਰ ਹੈ ਨਾ ਜਿਹੜੇ ਅਨੇਕਾਂ ਜਾਤਾਂ ਦੇ, ਭਾਵ ਅਨੇਕਾਂ ਕਿਸਮਾਂ ਦੇ ਹਨ। ਕਿਉਂਕਿ ਗੁਰੂ ਕੀਆਂ ਸੰਗਤਾਂ ਸਾਰੇ ਦੇਸ਼ਾਂ ਤੋਂ, ਸਾਰਿਆਂ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਥਾਨ ਲੈ ਕੇ ਆਈਆਂ ਸਨ। ਉਹ ਜਿਹੜੇ ਸਾਰੇ ਥਾਨ ਸਨ ਨਾ ਕੱਪੜੇ ਦੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਹਰ ਕਢਵਾ ਲਏ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾ ਜੁਦਾ ਜੁਦਾ ਕਰਕੇ, ਅਲੱਗ ਅਲੱਗ ਕਰਕੇ ਉਹ ਸਾਰੇ ਸਿੱਖ ਸੰਗਤਾਂ ਨੂੰ ਦਿਖਾ ਦਿੱਤੇ। ਸਿੱਖ ਸੰਗਤਾਂ ਵੇਖਦੀਆਂ ਵੀ ਇਹ ਤਾਂ ਅਨੇਕਾਂ ਪ੍ਰਕਾਰ ਦੇ ਹੈ, ਤੇ ਸੁੰਦਰ ਵੀ ਹੈ, ਤੇ ਹੈ ਵੀ ਬਹੁ ਗਿਣਤੀ ਵਿੱਚ। ਚੌਂ ਦਿਸ਼ਾਵਾਂ ਤੋਂ ਹੀ, ਉੱਤਰ ਤੋਂ, ਦੱਖਣ ਤੋਂ, ਪੂਰਬ ਤੋਂ, ਪੱਛਮ ਤੋਂ, ਚਾਰੇ ਦਿਸ਼ਾਵਾਂ ਦੇ ਵਿੱਚੋਂ ਹੀ ਗੁਰੂ ਕੀਆਂ ਸੰਗਤਾਂ ਲੈ ਕੇ ਆਈਆਂ ਹਨ। ਜਰ ਸਨੇ ਜਿਹੜੇ ਇਹ ਜਰੀਦਾਰ ਵਸਤਰ ਹਨ। ਇੰਨੇ ਸੋਹਣੇ ਕੀਮਤੀ ਵਸਤਰ ਆ ਨਾ, ਇਹ ਇੰਨੇ ਸੁੰਦਰ ਹੈ ਕਿ ਜਿਨ੍ਹਾਂ ਨੂੰ ਦੇਖ ਦੇਖ ਕੇ ਮਨ ਖੁਸ਼ ਹੁੰਦਾ ਹੈ। ਹਾਂ, ਮਨ ਦੇ ਵਿੱਚ ਨਾ ਇੰਨੀ ਖੁਸ਼ੀ ਹੈ, ਮੰਨ ਲਓ ਮਨ ਦੇ ਵਿੱਚ ਪ੍ਰਕਾਸ਼ ਖੇੜਾ ਆ ਜਾਂਦਾ ਹੈ। ਹਾਂ, ਤੇ ਦੂਸਰਾ ਅਰਥ ਮਨਹੁ ਦੇਤ ਕਰ ਅਦਕ ਪ੍ਰਕਾਸ਼, ਇਉਂ ਮਾਨੋ ਵੀ ਜਿਵੇਂ ਇਹ ਜਿਹੜੇ ਪਏ ਆ ਨਾ ਵਸਤਰ, ਤੇ ਇਹ ਬਹੁਤਾ ਪ੍ਰਕਾਸ਼ ਕਰ ਰਹੇ ਆ, ਬਹੁਤੀ ਰੌਸ਼ਨੀ ਹੋ ਰਹੀ ਹੈ ਇਹਨਾਂ ਦੇ ਵਿੱਚ, ਕਿਉਂਕਿ ਜੜਾਊ ਸਨ ਨਾ, ਹੀਰੇ ਜਵਾਹਰਾਤਾਂ ਵਾਲੇ, ਸੋਨੇ ਚਾਂਦੀ ਵਾਲੇ। ਤੇ ਇਸ ਪ੍ਰਕਾਰ ਕਹਿੰਦੇ ਕਾਰੀਗਰ ਚਤਰਨ ਕੇ ਕਰੇ, ਬਹੁਤ ਸਿਆਣੇ ਮਿਸਤਰੀਆਂ ਕਾਰੀਗਰਾਂ ਨੇ, ਕੱਪੜੇ ਬੁਣਨ ਵਾਲਿਆਂ ਨੇ ਇਹ ਬਣਾਏ ਹਨ। ਸਾਰੇ ਦਿਖਾ ਦਿਖਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਗੇ ਰੱਖ ਦਿੱਤੇ। ਫਿਰ ਕਹਿੰਦੇ ਜੌਨਪੁਰ ਜਿਹੜਾ ਨਗਰ ਹੈ ਕਾਸ਼ੀ ਬਨਾਰਸ ਦੇ ਨੇੜੇ, ਬਹੁਤ ਤਕੜਾ ਵੱਡਾ ਭਾਰੀ ਨਗਰ ਹੈ ਜੌਨਪੁਰ। ਇਤਿਆਦਿਕ ਨਗਰਾਂ ਦੇ ਵਿੱਚੋਂ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੋਂ ਦੀਆਂ ਕੀਮਤੀ ਸੌਗਾਤਾਂ ਸਨ, ਉਹ ਵੀ ਸਤਿਗੁਰ ਦੇ ਚਰਨਾਂ ਵਿੱਚ ਭੇਜੀਆਂ ਸਨ ਸੰਗਤਾਂ ਨੇ। ਹਾਂ, ਜੌਨਪੁਰ ਦਾ ਜਿਹੜਾ ਆਤਰ, ਫੁਲੇਲ, ਸੈਂਟ, ਸੁਗੰਧੀਆਂ, ਇਹ ਜਿਹੜੀਆਂ ਉੱਥੋਂ ਦੀਆਂ ਬਹੁਤ ਮਸ਼ਹੂਰ ਸਨ। ਸੋ ਇਹ ਜਿਹੜੀਆਂ ਮਹਾਨ ਚੀਜ਼ਾਂ ਸਨ ਨਾ, ਸੋ ਉਹ ਵੀ ਗੁਰੂ ਕੇ ਖਜ਼ਾਨੇ ਵਿੱਚ ਪਈਆਂ ਸਨ। ਤੇ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਬਾਹਰ ਕਢਾ ਲਿਆ। ਜਦੋਂ ਬ੍ਰਿੰਦ ਸਭ ਕੁਝ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤਾ, ਉਸ ਵੇਲੇ ਦਾਸਾਂ ਪ੍ਰਤੀ, ਸਿੱਖ ਸੇਵਕਾਂ ਦੇ ਪ੍ਰਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਚਾਰਨ ਕਰਨ ਲੱਗੇ, ਕਹਿਣ ਲੱਗੇ, ਕਹਿੰਦੇ ਗੁਰੂ ਕੇ ਖਾਲਸਾ ਜੀ, ਇਹ ਜਿੰਨੇ ਅਤਰ ਫਰੇਲ ਪਏ ਆ ਨਾ, ਸਾਰੇ ਇਹਨਾਂ ਕੱਪੜਿਆਂ ਦੇ ਉੱਤੇ ਛਿੜਕ ਦਿਓ, ਛਿੜਕ ਛਿੜਕ ਕੇ ਨਾ ਇਹਨਾਂ ਨੂੰ ਭਿਉਂ ਦਿਓ ਪੂਰੀ ਤਰ੍ਹਾਂ। ਕਹਿੰਦੇ ਤੁਸੀਂ ਆ ਜਿੰਨੇ ਤਾਸ, ਤਿੱਲੇਦਾਰ ਤੇ ਬਾਦਲਾ, ਜਰੀਦਾਰ, ਰੇਸ਼ਮੀ ਕੱਪੜੇ ਦੇਖ ਰਹੇ ਹੋ, ਸੋਨੇ ਚਾਂਦੀ ਦੀਆਂ ਤਾਰਾਂ ਨਾਲ ਬੁਣੇ ਹੋਏ,
ਦੇਵ ਆਏ। ਹਾਂ, ਵੱਡੇ ਵੱਡੇ ਪੁਰੀਆਂ ਤੋਂ, ਨਗਰਾਂ ਸ਼ਹਿਰਾਂ ਤੋਂ ਜਿਹੜੇ ਆਏ ਹਨ। ਅਤਰ ਫਲੇਲ ਪਿਘਾਏ। ਸਤਿਗੁਰੂ ਜੀ ਨੇ ਕਹਿ ਕੇ ਇਸ ਤਰ੍ਹਾਂ ਆਤਰ ਫਲੇਲਾਂ ਦੇ ਨਾਲ, ਸੁਗੰਧੀਆਂ ਦੇ ਨਾਲ ਉਹਨਾਂ ਕੱਪੜਿਆਂ ਨੂੰ ਗੁਰਸਿੱਖਾਂ ਨੂੰ ਹੁਕਮ ਕੀਤਾ ਤੇ ਉਹਨਾਂ ਨੇ ਭਿਉਂ ਦਿੱਤੇ। ਦਾਸ ਸਵੀਟੀ ਬਸਮਤ ਹੋਵਤ। ਹਾਂ, ਜਿਹੜੇ ਸਮੀਪੀ ਕਰੀਬੀ ਸੇਵਾਦਾਰ ਆ ਨਾ ਸਤਿਗੁਰ ਦੇ, ਉਹ ਦੇਖ ਦੇਖ ਕੇ ਬੜੇ ਬਿਸਮਤ, ਬੜੇ ਹੈਰਾਨ ਹੋ ਰਹੇ ਹਨ। ਕਿਆ ਲੀਲਾ ਸਤਿਗੁਰ ਕੀ ਹੋਵਤ। ਮਨ ਵਿੱਚ ਸੋਚਦੇ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਕੋਈ ਕੌਤਕ ਵਰਤਾ ਰਹੇ ਆ, ਪਰ ਸਮਝ ਨਹੀਂ ਆ ਰਹੀ ਵੀ ਕਿਆ ਲੀਲਾ ਸਤਿਗੁਰੂ ਦੀ, ਕੀ ਕੌਤਕ ਹੈ। ਸਭ ਹਿਣ ਕੋ ਆਗ ਲਗਾਈ। ਜਦੋਂ ਚੰਗੀ ਤਰ੍ਹਾਂ ਉਹਨਾਂ ਦੇ ਉੱਤੇ ਉਹ ਸੁਗੰਧੀਆਂ ਆਤਰ ਫਰੇਲ ਛਿੜਕ ਦਿੱਤੇ ਗਏ, ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਕਹਿੰਦੇ ਖਾਲਸਾ ਜੀ ਹੁਣ ਇਹਨਾਂ ਥਾਨਾਂ ਨੂੰ ਨਾ ਅੱਗ ਲਾ ਦਿਓ। ਇਸ ਤਰ੍ਹਾਂ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ। ਗੁਰੂ ਕੀਆਂ ਸੰਗਤਾਂ ਨੇ ਸਤ ਬਚਨ ਕਹਿ ਕੇ ਉਹਨਾਂ ਥਾਨਾਂ ਨੂੰ ਅੱਗ ਲਗਵਾ ਦਿੱਤੀ, ਅੱਗ ਲਾ ਦਿੱਤੀ ਉਹਨਾਂ ਥਾਨਾਂ ਨੂੰ। ਉਹ ਸਤਿਗੁਰੂ ਨੇ ਕਹਿ ਕੇ ਅਗਨ ਭੇਟ ਕਰਵਾ ਦਿੱਤੇ। ਹਾਂ, ਜਦੋਂ ਉਹ ਵਸਤਰ ਜਲ ਬਲ ਗਏ, ਅਗਨ ਭੇਟ ਹੋ ਗਏ ਤੇ ਉੱਥੇ ਭਸਮ ਇਕੱਠੀ ਹੋ ਗਈ, ਸਵਾਹ ਇਕੱਤਰ ਹੋ ਗਈ। ਕਿਉਂਕਿ ਆਤਰ ਫਲੇਲਾਂ ਦੇ ਸਮੇਤ ਕੱਪੜਿਆਂ ਦੇ ਜਿਹੜੇ ਇਹ ਥਾਨ ਸਤਿਗੁਰੂ ਜੀ ਨੇ ਫੁਕਾ ਦਿੱਤੇ ਸਨ, ਜਲਵਾ ਦਿੱਤੇ ਸਨ। ਜੋ ਪ੍ਰਾਪਤ ਹੋਏ ਮੂਲ ਮਹਾਨ। ਉਹ ਵਸਤਰ ਤੇ ਉਹ ਕੀਮਤੀ ਆਤਰ ਫਲੇਲ ਜਿਹੜੇ ਬੜੇ ਭਾਰੀ ਮੁੱਲ ਦੇ ਖਰੀਦੇ ਹੋਏ ਸਨ। ਹੁਣ ਸੋਨੇ ਚਾਂਦੀ ਦੀਆਂ ਤਾਰਾਂ ਦੇ ਨਾਲ ਜਿਹੜੇ ਕੱਪੜੇ ਬਣੇ ਸੀ ਨਾ, ਉਹਨਾਂ ਦੇ ਵਿੱਚੋਂ ਬਹੁਤ ਸਾਰਾ ਸੋਨਾ ਚਾਂਦੀ ਨਿਕਲ ਆਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਰਾਖ ਦੇ ਵਿੱਚੋਂ ਫਿਰ ਉਹ ਸਾਰਾ ਸੋਨਾ ਚਾਂਦੀ ਸਿੱਖਾਂ ਨੂੰ ਕਹਿ ਕੇ ਇਕੱਤਰ ਕਰਵਾ ਲਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਹ ਸੋਨੇ ਚਾਂਦੀ ਦੀਆਂ ਨਾ ਗੰਢਾਂ ਬੰਨ ਲਓ ਸਾਰੇ ਦੀਆਂ। ਤੇ ਇਸ ਪ੍ਰਕਾਰ ਗੰਢਾਂ ਬਣਵਾ ਲਈਆਂ ਸਿੱਖਾਂ ਤੋਂ। ਮਨ ਦਾਸਨ ਧਰ ਤਿੰਨ ਕੋ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਸਿੱਖ ਸੇਵਕਾਂ ਨੇ ਉਹ ਗੱਠਾਂ ਜਿਹੜੀਆਂ ਸਨ, ਗੰਢਾਂ ਪੰਡਾਂ ਜਿਹੜੀਆਂ ਸਨ, ਭਾਰ ਬੰਨ ਬੰਨ ਕੇ ਰੱਖ ਦਿੱਤੇ। ਸਤਿਗੁਰੂ ਨੇ ਦਰਬਾਰ ਵਿੱਚ ਨਹੀਂ ਰਖਾਏ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਹਰ ਰਖਾ ਦਿੱਤੇ। ਖਜ਼ਾਨੇ ਦੇ ਵਿੱਚ ਦੁਬਾਰਾ ਨਹੀਂ ਰੱਖੇ ਤੇ ਸਤਿਗੁਰ ਸੱਚੇ ਪਾਤਸ਼ਾਹ ਇਉਂ ਰਖਾ ਕੇ ਉੱਥੇ ਤੇ ਆਪ ਉੱਠ ਕੇ ਚਲੇ ਗਏ। ਇਸ ਤਰ੍ਹਾਂ ਇਹ ਕੌਤਕ ਕਰਕੇ ਘਰ ਦੇ ਵਿੱਚੋਂ ਬਾਹਰ ਚਲੇ ਗਏ। ਸਤਿਗੁਰ ਸੱਚੇ ਪਾਤਸ਼ਾਹ ਚਿਹਰੇ ਦੇ ਉੱਤੇ ਬੜਾ ਆਨੰਦ ਹੈ, ਬੜਾ ਪ੍ਰਫੁੱਲਤ ਹੈ, ਬੜਾ ਖੁਸ਼ ਹੈ ਚਿਹਰਾ ਸਤਿਗੁਰੂ ਜੀ ਦਾ। ਤੇ ਇਸ ਪ੍ਰਕਾਰ ਬਾਹਰ ਨੂੰ ਪਧਾਰੇ, ਬਾਹਰ ਨੂੰ ਚੱਲ ਪਏ। ਹਾਂ, ਸਤਿਦਰਵ ਸਤਲੁਜ ਨਦੀ ਦੇ ਕਿਨਾਰੇ ਤੇ ਦਰਿਆ ਦੇ ਕਿਨਾਰੇ ਚਲੇ ਗਏ। ਤੇ ਇਸ ਪ੍ਰਕਾਰ ਦਾਸਾਂ ਸੇਵਕਾਂ ਸਿੱਖਾਂ ਨੂੰ ਹੁਕਮ ਕੀਤਾ। ਸੋ ਇੱਕ ਜਗ੍ਹਾ ਦੇ ਉੱਤੇ ਜਿੱਥੇ ਏਕ ਹਾਥ ਪਰ ਜਿਹਠਾਂ ਪਾਣੀ, ਕਹਿੰਦੇ ਜਿੱਥੇ ਇੱਕ ਇੱਕ ਹੱਥ ਪਾਣੀ ਸੀ ਨਾ, ਭਾਵ ਥੋੜਾ ਥੋੜਾ ਪਾਣੀ ਸੀ ਜਿਸ ਜਗ੍ਹਾ ਦਰਿਆ ਦੇ ਕੰਢੇ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ। ਕਹਿੰਦੇ ਭਾਈ ਗੁਰਸਿੱਖੋ ਇੱਥੇ ਲਿਆ ਕੇ ਮੇਰਾ ਆਸਣ ਲਾ ਦਿਓ, ਪਲੰਘਾ ਢਾ ਦਿਓ। ਸਤਿਗੁਰੂ ਜੀ ਨੇ ਉੱਥੇ ਆਸਣ ਲਗਵਾ ਲਿਆ। ਪਰ ਬੈਠੇ ਗੁਰੂ ਮਹਾਰਾਜ। ਫਿਰ ਉਸ ਆਸਣ ਦੇ ਉੱਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਚੌਂਕੜਾ ਮਾਰ ਕੇ ਬਿਰਾਜਮਾਨ ਹੋ ਗਏ। ਸਤਿਗੁਰਾਂ ਦੇ ਸੁੰਦਰ ਸ਼ੋਭਾਏਮਾਨ ਮੁਖਾਰਬਿੰਦ ਦੇ ਉੱਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਕ੍ਰਾਂਤੀ ਸ਼ੋਭਾ ਸ਼ੋਭਾਏਮਾਨ ਹੋ ਰਹੀ ਹੈ। ਇਉਂ ਚਮਕਾਂ ਡਲਕਾਂ ਮਾਰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਸਿੱਖ ਸੰਗਤਾਂ ਦਰਸ਼ਨ ਕਰ ਰਹੀਆਂ ਨੇ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਸਿੱਖਾਂ ਨੂੰ ਲਾਇਆ। ਕੀ ਕਰਨ ਵਾਸਤੇ ਲਾਇਆ? ਕਹਿੰਦੇ ਜਲ ਦੇ ਵਿੱਚ ਨਾ, ਦਰਿਆ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਥੇ ਇੱਕ ਡੂੰਘਾ ਟੋਆ, ਕੋਈ ਖਾਤਾ ਪੱਟਣਾ, ਆਪਾਂ ਡੂੰਘਾ ਖੂਹ ਪੁੱਟਣਾ। ਤੇ ਇਸ ਤਰ੍ਹਾਂ ਕਹਿ ਕੇ ਸਿੱਖ ਸੰਗਤਾਂ ਨੂੰ ਲਾ ਦਿੱਤਾ।
ਜਦੋਂ ਇਹ ਖੂਹ ਪੁੱਟਿਆ ਗਿਆ, ਜਲ ਦੇ ਵਿੱਚ ਡੂੰਘਾ ਟੋਇਆ ਪੁੱਟਿਆ ਗਿਆ, ਤਾਂ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਬਹੁਤ ਸਾਰੇ ਸਿੱਖਾਂ ਨੂੰ ਹੁਕਮ ਕੀਤਾ। ਦਸਨ ਕੋ ਮਾਨਣ ਕੀਨਾ। ਹਾਂ, ਜਿਹੜੇ ਸਿੱਖ ਸੀ ਨਾ ਸਤਿਗੁਰੂ ਜੀ ਦੇ ਸੇਵਕ, ਉਹਨਾਂ ਨੇ ਮੰਨੀ ਸਤਿਗੁਰੂ ਜੀ ਦੀ ਗੱਲ। ਜਿਨ ਮਹਾ ਰਜਤ ਬਣ ਜੋ। ਸਤਿਗੁਰ ਸੱਚੇ ਪਾਤਸ਼ਾਹ ਨੇ ਕੀ ਆਖਿਆ, ਹੁਕਮ ਕੀ ਕੀਤਾ? ਕਹਿੰਦੇ ਭਾਈ ਜਿੰਨਾ ਖਜ਼ਾਨੇ ਦੇ ਵਿੱਚ ਕੰਚਨ ਸੋਨਾ ਤੇ ਰਜਤਪਣ ਜੋ ਚਾਂਦੀ ਆਦਿਕ ਹੈ, ਉਸ ਵਿਖੇ ਕੇ ਅੰਨ ਸੋ। ਕਹਿੰਦੇ ਜਿੰਨਾ ਖਜ਼ਾਨੇ 'ਚ ਹੋਰ ਬਚਿਆ ਪਿਆ ਨਾ, ਉਹ ਵੀ ਸਾਰਾ ਚੁੱਕ ਕੇ ਇੱਥੇ ਲੈ ਆਓ। ਸਿੱਖ ਸੈਂਕੜੇ ਲੱਗੇ ਹਜ਼ਾਰੇ। ਹਜ਼ਾਰਾਂ ਹੀ ਸੈਂਕੜੇ ਸਿੱਖ, ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੇਵਾ ਵਿੱਚ ਲੱਗ ਗਏ। ਕੰਚਨ ਕੋਟ ਬੰਦ ਸਿਰ ਧਾਰੇ। ਸੋਨੇ ਦੀਆਂ ਚਾਂਦੀ ਦੀਆਂ ਪੰਡਾਂ ਬਨ ਕੇ ਸਿਰ ਤੇ ਰੱਖ ਕੇ ਆ ਰਹੇ ਹਨ। ਚੌਂ ਦਿਸ ਤੇ ਕਹਿ ਮਗਵਾਇਓ। ਉਹ ਸੋਨਾ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮਨਾਮੇ ਭੇਜ ਕੇ ਚਾਰੇ ਦਿਸ਼ਾਵਾਂ ਤੋਂ ਗੁਰੂ ਕੀਆਂ ਸਿੱਖ ਸੰਗਤਾਂ ਤੋਂ ਆਪ ਕਹਿ ਕੇ ਮੰਗਵਾਇਆ ਸੀ। ਸੋ ਸਕਲ ਅਨਾਇਓ। ਤੇ ਇਸ ਤੋਂ ਬਿਨਾਂ ਜੋ ਪਹਿਲਾਂ ਦਾ ਵੀ ਖਜ਼ਾਨਾ ਪਿਆ ਸੀ, ਹੋਰ ਵੀ ਪਿਆ ਸੀ, ਉਹ ਵੀ ਸਤਿਗੁਰੂ ਜੀ ਨੇ ਮੰਗਾ ਲਿਆ। ਰਜਤਪਣ ਸਿਰ ਧਾਰ ਲਿਆਵੇਂ। ਇਸ ਤਰ੍ਹਾਂ ਚਾਂਦੀ ਦੀਆਂ ਪੰਡਾਂ ਜਿਹੜੀਆਂ ਵੱਡੀਆਂ ਵੱਡੀਆਂ ਗੁਰੂ ਕੇ ਸਿੱਖ ਸਿਰ ਦੇ ਉੱਤੇ ਰੱਖ ਕੇ ਲਿਆ ਰਹੇ ਹਨ। ਗੁਰੂ ਆਗੇ ਤੈ ਪਾਵੇਂ। ਜਿਹੜਾ ਗਰਤ ਟੋਆ ਪਟਾਇਆ ਸੀ ਨਾ ਸਤਿਗੁਰੂ ਜੀ ਨੇ, ਖੂਹ ਜਾ ਪਟਾਇਆ ਸੀ ਉਹਦੇ ਵਿੱਚ, ਤੇ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਵਿੱਚ ਪਵਾ ਰਹੇ, ਉਹਦੇ ਵਿੱਚ ਸੁਟਵਾ ਰਹੇ ਹਨ। ਲੱਗ ਹੋਇਓ ਲਾਰਾ। ਗੁਰੂ ਘਰ ਤੋਂ ਲੈ ਕੇ ਸਤਲੁਜ ਦਰਿਆ ਤੱਕ ਕਵੀ ਜੀ ਕਹਿੰਦੇ ਲਾਰਾ ਲੱਗਿਆ ਹੋਇਆ ਸੀ। ਬਹੁਤ ਲੰਮੀ ਲਾਈਨ ਲੱਗੀ ਹੋਈ ਸੀ, ਕਤਾਰਾਂ ਦੀਆਂ ਕਤਾਰਾਂ ਸਿੱਖਾਂ ਦੀਆਂ। ਇੱਕ ਆਪਤ ਇੱਕ ਜਾਤ ਸਿਧਾਰਾ। ਹਾਂ, ਇੱਕ ਤਾਂ ਤੁਰੇ ਆਉਂਦੇ ਆ ਸਿਰ ਦੇ ਉੱਤੇ ਪੰਡਾ ਰੱਖ ਕੇ, ਤੇ ਇੱਕ ਉਹ ਸੁੱਟ ਕੇ ਉਹਦੇ ਵਿੱਚ ਦੁਬਾਰਾ ਫਿਰ ਵਾਪਸ ਜਾ ਰਹੇ ਹਨ ਗੁਰੂ ਘਰ ਵੱਲ। ਆਨ ਰਜਤਪਣ ਕੇ। ਹਾਂ, ਜਿਹੜੇ ਰਜਤਪਣ ਦੇ ਚਾਂਦੀ ਦੇ ਜਿਹੜੇ ਤੋੜੇ ਸਨ ਨਾ, ਬੰਨੇ ਹੋਏ ਥੈਲੀਆਂ ਬੰਨੀਆਂ ਹੋਈਆਂ ਸਨ, ਕਿਸੇ ਵਿੱਚ ਕਿਲੋ 2 ਕਿਲੋ ਇਸ ਤਰ੍ਹਾਂ ਕਰਕੇ ਸੋਨੇ ਦੇ ਜਿਹੜੇ ਤੋੜੇ ਬੰਨੇ ਹੋਏ ਸਨ ਥੈਲੀਆਂ, ਸੋ ਉਹ ਸਾਰੀਆਂ। ਬਹੁਤ ਅਸਰਫੀ ਲੈ ਗੇਰੇ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਅਸ਼ਰਫੀਆਂ ਜਿਹੜੀਆਂ ਸੋਨੇ ਦੀਆਂ ਮੋਹਰਾਂ ਸਨ, ਰੁਪਈਏ ਸਨ, ਸੋ ਉਹ ਸਾਰੇ ਲਿਆ ਕੇ ਸੁੱਟ ਰਹੇ ਹਨ। ਚਾਂਦੀ ਦਾ ਔਰ ਹੇਮ ਸੋਨੇ ਦਾ ਜਿੰਨਾ ਇਹ ਸਾਰਾ ਖਜ਼ਾਨਾ ਸੀ। ਹਜ਼ਾਰਾਂ ਸਿੱਖਾਂ ਨੇ ਸਿਰ ਦੇ ਉੱਤੇ ਧਰ ਕੇ ਲਿਆਂਦਾ। ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਕਹਿੰਦੇ ਹੁਣ ਤੋਸ਼ੇ ਖਾਨੇ ਵਿੱਚੋਂ ਇਹ ਲਿਆਂਦਾ, ਕਹਿੰਦੇ ਹੁਣ ਜਵਾਹਰ ਖਾਨੇ ਵਾਲਾ ਕਮਰਾ ਖੋਲੋ ਜਾ ਕੇ, ਉਹਦੇ ਵਿੱਚ ਜਿੰਨੇ ਹੀਰੇ ਜਵਾਹਰਾਤ ਹਨ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸਾਰੇ ਜਿੰਨੇ ਮੁਕਤੇ ਹੀਰੇ ਜਵਾਹਰ ਲਾਲ ਸਨ ਨਾ, ਉਹ ਗੁਰੂ ਕੇ ਸਿੱਖ ਲਿਆਉਣ ਲੱਗ ਪਏ। ਇਸ ਤਰ੍ਹਾਂ ਲਿਆ ਕੇ ਸਲਤਾ ਨਦੀ ਦੇ ਵਿੱਚ, ਨਦੀ ਦੇ ਕਿਨਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਹਨ, ਉਹ ਟੋਏ ਵਿੱਚ ਸੁੱਟ ਦਿੱਤੇ। ਹਾਂ, ਇਸੇ ਤਰ੍ਹਾਂ ਕੰਚਨ ਦੇ, ਸੋਨੇ ਦੇ ਅਤੇ ਚਾਂਦੀ ਦੇ ਬਹੁਤ ਸਾਰੇ ਕੀਮਤੀ ਬਰਤਨ। ਹਾਂ, ਜਿਹੜੇ ਸੋਨੇ ਜੜਤ ਵੀ ਸਨ ਨਾ, ਭਾਂਡੇ ਟਿੰਡੇ, ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਸੇਵਕ ਲੈ ਕੇ ਆਏ। ਇਸ ਤਰ੍ਹਾਂ ਉਹ ਟੋਏ ਦੇ ਵਿੱਚ, ਸਤਲੁਜ ਦਰਿਆ ਦੇ ਵਿੱਚ ਲਿਆ ਕੇ ਸੁੱਟ ਰਹੇ ਹਨ। ਹੁਣ ਸੁੱਟ ਰਹੇ ਆ, ਪਰ ਉੱਥੇ ਸੁੱਟੇ ਹੋਏ ਕਿਸੇ ਨੂੰ ਦਿਖਾਈ ਨਹੀਂ ਦਿੰਦੇ, ਨਾਲ ਦੀ ਨਾਲ ਅਲੋਪ ਹੋ ਰਹੇ ਆ, ਦਿਖ ਨਹੀਂ ਰਹੇ ਕਿਸੇ ਨੂੰ। ਜਿੰਨੀ ਵੀ ਸਿੱਖ ਸੰਗਤ ਉਸ ਵੇਲੇ ਸਤਿਗੁਰੂ ਜੀ ਦੇ ਕੋਲ ਉਸੇ ਤਰ੍ਹਾਂ ਕਾਰ ਵਿਹਾਰ ਕਰ ਰਹੇ ਆ, ਕਾਰਜ ਕਰ ਰਹੇ ਆ, ਸੇਵਾ ਕਰ ਰਹੇ ਆ, ਜਿਵੇਂ ਸਤਿਗੁਰੂ ਜੀ ਹੁਕਮ ਪ੍ਰਗਟ ਕਰਦੇ ਹਨ। ਹਾਂ, ਫਿਰ ਜਦੋਂ ਹੀਰੇ ਜਵਾਹਰਾਤ ਸੁੱਟ ਦਿੱਤੇ, ਉਸ ਤੋਂ ਬਾਅਦ ਸਤਿਗੁਰ ਪਾਤਸ਼ਾਹ ਜੀ ਨੇ ਸਿਲੈਖਾਨਾ, ਜਿੱਥੇ ਸ਼ਸਤਰ ਆਦਿਕ ਰੱਖੇ ਸਨ ਨਾ, ਸ਼ਸਤਰਾਂ ਵਾਲਾ ਜਿਹੜਾ ਖਜ਼ਾਨਾ ਸੀ, ਉਹਦੇ ਵਿੱਚੋਂ ਸ਼ਸਤਰ ਮੰਗਾਏ।
ਜਿਹੜੇ ਸ਼ਾਸਤਰ ਬੜੇ ਕੀਮਤੀ ਸਨ, ਬਹੁ ਮੁੱਲੇ ਸਨ ਔਰ ਸ਼ੋਭਾ ਵਾਲੇ ਸਨ। ਮੁੱਢ ਜਲਾਲ ਜਵਾਹਰ ਹਾਂ, ਜਿਨ੍ਹਾਂ ਦੇ ਜਿਹੜੇ ਮੁੱਠੇ ਸਨ ਨਾ ਸ਼ਾਸਤਰਾਂ ਦੇ, ਸੋ ਉਹ ਕੰਚਨ ਸੋਨੇ ਦੇ ਨਾਲ ਔਰ ਹੀਰੇ ਜਵਾਹਰਾਤਾਂ ਦੇ ਨਾਲ ਜੜੇ ਹੋਏ ਸਨ। ਕੰਡੇ ਖੜਕ ਦੁਧਾਰੇ ਜਾਮਰ ਹਾਂ, ਤੇ ਜਾਹਰਾ ਤੌਰ ਤੇ ਪ੍ਰਤੱਖ ਤੌਰ ਦੇ ਉੱਤੇ ਜਿਹੜੇ ਖੰਡੇ ਸਨ, ਖੜਗਾ ਸਨ, ਦੋ ਧਾਰੀਆਂ, ਤਾ ਹੀਰੇ ਜਰੇ ਤੇ ਸੰਗ ਜਿਨ੍ਹਾਂ ਦੇ ਮੁੱਠਿਆਂ ਦੇ ਉੱਤੇ ਮੁਕਤੇ ਹੀਰੇ ਇਤਿਆਦਿਕ ਜੜੇ ਹੋਏ ਸਨ। ਇਸ ਪ੍ਰਕਾਰ ਕੇ ਅਨੰਦ ਖੰਗ ਇਸ ਪ੍ਰਕਾਰ ਦੇ ਅਨੇਕਾਂ ਹੀ ਸਾਧ ਸੰਗਤ ਜੀ ਜਿਹੜੇ ਹੈਗੇ ਸਨ, ਭੱਥੇ ਤਰਕਸ਼ ਵਗੈਰਾ, ਬ੍ਰਿੰਦ ਸਰਾਸਨ ਕੀਮਤ ਮਾਮਾ ਤੇ ਇਸੇ ਤਰ੍ਹਾਂ ਜਿਹੜੇ ਧਨੁੱਖ ਸਨ ਤੀਰ ਚਲਾਉਣ ਵਾਲੇ, ਉਹ ਵੀ ਬਹੁ ਗਿਣਤੀ ਦੇ ਵਿੱਚ, ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਸੀ। ਸਭ ਉਠਾਏ ਕਰ ਲਿਆਏ ਕਾਮਾ ਸਤਿਗੁਰੂ ਦਾ ਹੁਕਮ ਮੰਨ ਕੇ ਗੁਰੂ ਕੇ ਸਿੱਖ ਸਾਰੇ ਚੁੱਕ ਕੇ ਉੱਥੇ ਲੈ ਆਏ। ਇੱਕ ਸਿੱਖ ਨੇ ਪੰਜ ਉਤਾਰਾ ਤਾਂ ਉਸ ਵੇਲੇ ਇੱਕ ਸਿੱਖ ਨੇ, ਬਾਕੀ ਤਾਂ ਸਾਰੇ ਸੁੱਟ ਰਹੇ ਆ, ਜਿਹੜਾ ਚਿੱਲਾ ਸੀ ਨਾ, ਪੰਚ ਨਾਮ ਹੈ ਚਿੱਲੇ ਦਾ, ਜਿਹੜੇ ਦੇ ਤੰਦੀ ਹੁੰਦੀ ਹੈ ਜਿਹੜੀ ਤੀਰ ਕਮਾਨ ਦੀ, ਉਹ ਇੱਕ ਗੁਰੂ ਕੇ ਸਿੱਖ ਨੇ ਉਤਾਰ ਲਈ ਕੱਟ ਲਪੇਟ ਕਰ ਢਾਪਿਓ ਸਾਰਾ ਤੇ ਆਪਣੇ ਕੱਟ ਆਪਣੀ ਕਮਰ ਦੇ ਨਾਲ ਆਪਣੇ ਲੱਕ ਦੇ ਦੁਆਲੇ ਉਹ ਚਿੱਲਾ ਲਪੇਟ ਲਿਆ ਤੇ ਉਹਨੂੰ ਚੰਗੀ ਤਰ੍ਹਾਂ ਢੱਕ ਲਿਆ। ਦੁਰਾਮਨ ਭਲੇ ਬਣਾਏ ਹਾਂ, ਇਹਨੇ ਭਲੀ ਪ੍ਰਕਾਰ ਕਰਕੇ ਚੰਗੀ ਤਰ੍ਹਾਂ ਜੇ ਕਰਕੇ ਇਹਨੂੰ ਛੁਪਾ ਲਿਆ, ਢੱਕ ਲਿਆ। ਸਰਾਸਨ ਦਾਰੇ ਆਏ ਸੋ ਇਸ ਤਰ੍ਹਾਂ ਬਾਕੀ ਦੇ ਜਿਹੜੇ ਸਾਰੇ ਜਿਹੜੇ ਤੀਰ ਕਮਾਨ ਇਤਿਆਦਿਕ ਸਨ, ਨਦੀ ਵਿੱਚ ਲਿਆ ਕੇ ਸੁੱਟ ਦਿੱਤੇ। ਅੰਤਰਜਾਮੀ ਨੇ ਸੋ ਜਾਨਾ ਉਧਰ ਅੰਤਰਜਾਮੀ ਸਤਿਗੁਰੂ ਜੀ ਜਿਹੜੇ ਘਟਾਂ ਘਟਾਂ ਦੀਆਂ ਹਰ ਹਿਰਦੇ ਦੀਆਂ ਜਾਣਨ ਵਾਲੇ ਐ, ਉਹਨਾਂ ਨੇ ਇਹ ਗੱਲ ਜਾਣ ਲਈ। ਸਿੱਖ ਭਾਗ ਬਖਾਨਾ ਉਹ ਸਿੱਖ ਨੂੰ ਕੋਲੇ ਬੁਲਾਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਸੋ ਕਾਂ ਲਪੇਟਣ ਕਰਿਓ ਕਹਿੰਦੇ ਸਿੱਖਾ, ਲੱਕ ਦੇ ਦੁਆਲੇ ਤੂੰ ਕੀ ਲਪੇਟਿਆ ਹੈ? ਬਾਕੋ ਸੋ ਗੁਰ ਡਰਿਓ ਜਦੋਂ ਸਿੱਖ ਨੇ ਇਹ ਵਚਨ ਸਤਿਗੁਰੂ ਦਾ ਸੁਣਿਆ ਵੀ ਮੇਰੀ ਤਾਂ ਚੋਰੀ ਫੜੀ ਗਈ, ਤਾਂ ਉਸ ਵੇਲੇ ਡਰ ਗਿਆ ਮਨ ਵਿੱਚ ਬਹੁਤ ਜ਼ਿਆਦਾ। ਚੋਰ ਕਰ ਕੀਨਸ ਬਿੰਦੀ ਹੱਥ ਜੋੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬਿਨੈ ਕੀਤੀ, ਬੇਨਤੀ ਕੀਤੀ। ਪ੍ਰਭੂ ਮੈਂ ਖਾਨੀ ਨਿੰਦੀ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਸੁਣੋ, ਮੈਂ ਤਾਂ ਬਸ ਇਹ ਗਿਣਤੀ, ਇਹ ਸਕੀਮ ਮਨ ਦੇ ਵਿੱਚ ਲਾਈ ਸੀ। ਮਮ ਕਮਾਨ ਕੋ ਪੰਜ ਪੁਰਾਨਾ ਹਾਂ, ਮਹਾਰਾਜ ਸੱਚੇ ਪਾਤਸ਼ਾਹ ਇੱਕ ਮੈਂ ਵਿਉਂਤ ਲਾਈ ਸੀ ਮਨ ਦੇ ਵਿੱਚ ਕਿ ਮੇਰਾ ਜਿਹੜਾ ਕਮਾਨ ਆ ਨਾ, ਇਹਦਾ ਚਿੱਲਾ ਜਿਹੜਾ ਪੰਚ ਨਾਮ ਹੈ ਚਿੱਲੇ ਦਾ, ਚਿੱਲਾ ਬੜਾ ਪੁਰਾਣਾ ਹੋ ਗਿਆ ਹੈ। ਸੰਗ ਲਰੇ ਨਿਸਖਾਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਵੈਰੀਆਂ ਦੇ ਨਾਲ ਜਦੋਂ ਜਿਸ ਵੇਲੇ ਜੰਗ ਹੋਵੇ, ਜੇ ਟੁੱਟ ਜਾਏ ਜਿਸ ਬਾਰੀ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਪੁਰਾਣਾ ਚਿੱਲਾ ਹੈ ਮੇਰੀ ਕਮਾਨ ਦਾ, ਜਿਸ ਵੇਲੇ ਇਹ ਟੁੱਟ ਜਾਵੇਗਾ ਚੜਾਵੋ ਚੜਾਵੋ ਇਹ ਗੁਣ ਧਾਰੀ ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਇਹ ਤਾਂ ਰੱਖ ਲਿਆ ਸੀ ਵੀ ਜਦੋਂ ਮੇਰੇ ਕਮਾਨ ਦਾ ਚਿੱਲਾ ਟੁੱਟ ਗਿਆ ਨਾ, ਤਾਂ ਉਸ ਵੇਲੇ ਜਿਹੜਾ ਇਹ ਗੁਣ ਨਾਮ ਵੀ ਚਿੱਲੇ ਦਾ, ਕਹਿੰਦੇ ਇਹ ਜਿਹੜਾ ਚਿੱਲਾ ਹੈ ਮੈਂ ਫਿਰ ਉਸ ਆਪਣੇ ਕਮਾਨ ਦੇ ਉੱਤੇ ਚੜਾ ਲਵਾਂਗਾ। ਪੰਥ ਕੀ ਨੀਤ ਲੜਾਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਤਾਂ ਪਤਾ ਹੀ ਹੈ ਵੀ ਪੰਥ ਦੀ ਨਿੱਤਾ ਪ੍ਰਤੀ ਲੜਾਈ, ਕੋਈ ਨਾ ਕੋਈ ਜੰਗ ਲੱਗੀ ਹੋਈ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਚਾਰੇ ਦਿਸ਼ਾਵਾਂ ਦੇ ਵਿੱਚ ਹੀ ਗੁਰੂ ਘਰ ਦੇ ਖਾਲਸੇ ਪੰਥ ਦੇ ਦੁਸ਼ਮਣ ਹਨ। ਉਸ ਵੇਲੇ ਸੋਢੀ ਕੁਲ ਦੇ ਸਰਮੌਰ, ਸੋਢੀ ਕੁਲ ਦੇ ਸਰਤਾਜ ਅਵਤੰਸ਼ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬੋਲੇ, ਪੂਜਾ ਕੀ ਹੈ ਸਭ ਅੰਸ਼ ਕਹਿੰਦੇ ਭਾਈ ਗੁਰਸਿੱਖਾ ਗੱਲ ਤਾਂ ਤੇਰੀ ਠੀਕ ਹੈ, ਪਰ ਜਿਹੜੀ ਚੀਜ਼ ਤੂੰ ਰੱਖ ਲਈ ਹੈ ਨਾ ਲੁਕੋ ਕੇ, ਇਹ ਸਾਰੀ ਅੰਸ਼ ਜਿਹੜੀ ਆ ਨਾ ਇਹ ਪੂਜਾ ਦਾ ਧਾਨ ਹੈ। ਸਮਾਨ ਸਭ ਸਿੱਖਣ ਕੋ ਹੈ ਤੇ ਜਿਹੜਾ ਪੂਜਾ ਦਾ ਧਾਨ ਆ ਨਾ ਉਹ ਗੁਰੂ ਕੇ ਸਿੱਖਾਂ ਵਾਸਤੇ ਜ਼ਹਿਰ ਸਮਾਨ ਹੈ। ਵੀਰਤਾ ਕਰਦੀ ਜੋ ਹੈ ਤੇ ਪੂਜਾ ਦਾ ਧਾਨ ਜਿਹੜਾ ਵਿਖਿਆ ਦੇ ਸਮਾਨ ਆ, ਤੇ ਇਹ ਵਿਖਿਆ ਜਿਹੜੀ ਆ ਨਾ ਕਹਿੰਦੇ ਇਹ ਵੀਰਤਾ ਦਾ ਹਨਨ ਕਰ ਦਿੰਦੀ ਹੈ, ਭਾਵ ਤੁਹਾਡੀ ਬਹਾਦਰੀ ਨੂੰ ਕਾਇਰਤਾ ਵਿੱਚ ਬਦਲ ਦਿੰਦੀ ਹੈ। ਤੇ ਇੰਨਾ ਹੀ ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦੋਵੇਂ ਲੋਕ
ਲੋਕ ਅਤੇ ਪਰਲੋਕ ਨੂੰ ਵੀ ਵਿਗਾੜਦੀ ਹੈ। ਮੇਨ ਮਾਰ ਕੇ ਪੁੰਨ ਨਿਵਾਰ। ਸੋ ਇਸ ਪ੍ਰਕਾਰ ਜਿਹੜਾ ਲੈਂਦਾ ਹੈ ਇਹ ਪੂਜਾ ਦੇ ਧਾਨ ਨੂੰ ਖਰਚਦਾ ਹੈ, ਕਹਿੰਦੇ ਉਹਦੇ ਜਿੰਨੇ ਪੁੰਨ ਕੀਤੇ ਹੁੰਦੇ ਆ ਉਹਨਾਂ ਨੂੰ ਵੀ ਖਤਮ ਕਰ ਦਿੰਦੀ ਹੈ। ਜਪ ਤਪ ਐਂਚ ਲੇਖ ਇਸ ਭਾਏ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਿਹੜਾ ਜਪ ਤਪ ਕੀਤਾ ਹੁੰਦਾ ਨਾ ਉਹਨੂੰ ਵੀ ਖਿੱਚ ਲੈਂਦੀ ਆ, ਉਹ ਵੀ ਵਿਅਰਥ ਚਲਾ ਜਾਂਦਾ ਹੈ। ਹੋਰ ਤੀਲ ਤੇ ਜਲ ਜਾਏ। ਜਿਵੇਂ ਕਹਿੰਦੇ ਪੋਲ ਤੀਲਾ ਜਿਹੜਾ ਵਿੱਚੋਂ ਪੋਲਾ ਹੋਵੇ ਖਾਲੀ ਹੋਵੇ ਉਹਦੇ ਵਿੱਚੋਂ ਆਪਾਂ ਜਲ ਨਹੀਂ ਖਿੱਚ ਲੈਂਦੇ ਕਹਿੰਦੇ, ਇਸੇ ਤਰ੍ਹਾਂ ਕਹਿੰਦੇ ਕਰਮ ਧਰਮ ਪੁੰਨ ਦਾਨ ਕੀਤੇ ਹੋਏ ਨੂੰ ਇਹ ਜਿਹੜਾ ਪੂਜਾ ਦਾ ਧਾਨ ਪੂਜਾ ਦੀ ਮਾਇਆ ਖਿੱਚ ਲੈਂਦੀ ਹੈ। ਆਦਿਕ ਕਰੋ ਵਿਵੇਕ। ਕਹਿੰਦੇ ਇਤਿਆਦਿਕ ਜਿਹੜੀਆਂ ਗੱਲਾਂ ਹਨ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦਾ ਵਿਵੇਕ ਕਰੋ, ਵਿਚਾਰੋ ਇਹਨਾਂ ਨੂੰ। ਆਪਨ ਇਸ ਮੈਂ ਲਖੋ ਅਨੇਕ। ਹਾਂ ਕਹਿੰਦੇ ਇਉਂ ਜਾਣੋ ਵੀ ਇਹ ਪੂਜਾ ਦੇ ਧਾਨ ਦੇ ਵਿੱਚ ਤਾਂ ਬਹੁਤ ਔਗਣ ਹਨ। ਸੁੰਦ ਸਿੱਖ ਸੋ ਥਰ ਹਰ ਕੰਬਾ। ਜਦੋਂ ਸਿੱਖ ਨੇ ਸਤਿਗੁਰੂ ਜੀ ਦੇ ਇਹ ਬਚਨ ਸੁਣੇ ਤਾਂ ਥਰਨ ਥਰਨ ਕੰਬਣ ਲੱਗ ਪਿਆ। ਪਰਿਉ ਬਖਸ਼ਾਮਨਿ ਆਪਾ। ਬਸ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਢਹਿ ਪਿਆ ਆਪਣੇ ਆਪ ਨੂੰ ਬਖਸ਼ਾਉਣ ਦੇ ਲਈ। ਲਗਿਓ ਅਬ ਰਾਮਨ ਸਰਣੀ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਸ਼ਰਨੀ ਪੈ ਗਿਆ ਹਾਂ। ਆਪ ਅਵਕਿਆ ਏ ਮਮ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਹਾਂ ਤੇ ਆਪ ਜੀ ਮੇਰੀ ਇਹ ਅਵਗਿਆ ਬਖਸ਼ ਦਿਓ, ਮੈਨੂੰ ਮਾਫ ਕਰ ਦੇਵੋ। ਨਾਮ ਗਰੀਬ ਨਿਵਾਜ ਤੁਮਾਰਾ। ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਤਾਂ ਗਰੀਬਾਂ ਨੂੰ ਨਿਵਾਜਣ ਵਾਲਾ ਕਹਿੰਦੇ ਆ, ਗਰੀਬ ਨਿਵਾਜ ਨਾਮ ਹੈ ਤੁਹਾਡਾ। ਉਦਾਹਰਨ ਨਿਰਦ ਤੁਮਾਰਾ। ਤੁਸੀਂ ਤਾਂ ਅਦਮ ਨੀਚਾਂ ਨੂੰ ਪਾਪੀਆਂ ਨੂੰ ਉਦਾਹਰਨ ਵਾਲਿਓ, ਤੁਹਾਡਾ ਬਿਰਦ ਹੈ, ਸੁਭਾਅ ਹੈ। ਮੁਕਤੇ ਹੁਕਮ ਬਖਾਨ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਮੁਖਾਰਬਿੰਦ ਤੋਂ ਹੁਕਮ ਕੀਤਾ। ਪੰਚ ਧਰੋ ਕਿਸ ਖਾਨ। ਸਤਿਗੁਰੂ ਜੀ ਕਹਿੰਦੇ ਸਿੱਖਾ ਇਹ ਚਿੱਲਾ ਤਿਆਗ ਦੇ, ਖੋਲ ਕੇ ਕਮਰ ਕਸੇ ਨਾਲੋਂ ਇਸੇ ਥਾਂ ਸੁੱਟ ਦੇ। ਅਪਰ ਉਸ ਮੈਂ ਜੇਤੀ। ਹਾਂ ਜਿਹੜੀਆਂ ਖਜ਼ਾਨੇ ਵਿੱਚ ਹੋਰ ਵੀ ਵਸਤੂਆਂ ਪਈਆਂ ਹਨ ਪੂਰਨ ਆਨੋ ਦੇਤੀ। ਕਹਿੰਦੇ ਬਸ ਜਲਦੀ ਜਲਦੀ ਕਰੋ, ਛੇਤੀ ਨਾਲ ਇੱਥੇ ਲੈ ਆਓ। ਪਤੀ ਕੇ ਸੰਗ ਉਚਾਰਤ। ਉਸ ਵੇਲੇ ਕਹਿੰਦੇ ਕੋਸ਼ਪਤੀ ਜਿਹੜਾ ਖਜ਼ਾਨਚੀ ਹੈ ਉਸ ਨੂੰ ਆਖਿਆ, ਸਥਾਨ ਤੇ ਸੰਭਾਰਤ। ਕਹਿੰਦੇ ਭਾਈ ਸਾਰੇ ਥਾਂ ਤੇ ਚੰਗੀ ਤਰ੍ਹਾਂ ਦੇਖ ਪਰਖ ਲਓ, ਸੰਭਾਲ ਕੇ ਚੰਗੀ ਤਰ੍ਹਾਂ ਦੇਖ ਲਓ ਵੀ ਕਿਤੇ ਕੁਝ ਰਹਿ ਨਾ ਗਿਆ ਹੋਵੇ। ਵਿਕਾਸ ਸਿੰਗਲ ਕਰ ਦੇਖੋ। ਜੇ ਕੁਝ ਰਹਿ ਗਿਆ ਤਾਂ ਸਭ ਕੁਝ ਕੱਢ ਕੇ ਉੱਥੋਂ ਸਿੰਘਾਂ ਨੂੰ ਦੇ ਦੇਵੋ। ਨਾ ਹੋਵੇ ਨਿਆਇ ਅਸ਼ੇਮ। ਹਾਂ ਕਹਿੰਦੇ ਉਹ ਕੁਝ ਵੀ ਬਾਕੀ ਨਾ ਰਹੇ ਤੇ ਸਾਰਾ ਕੁਝ ਚੰਗੀ ਤਰ੍ਹਾਂ ਦੇਖ ਕੇ ਪਰਖ ਕੇ ਇੱਥੇ ਲੈ ਆਵੋ। ਘਰ ਕੋ ਬੜ ਤੋਸੇ ਖਾਨਾ। ਗੁਰੂ ਘਰ ਦਾ ਜਿਹੜਾ ਬਹੁਤ ਵੱਡਾ ਤੋਸ਼ਾ ਖਾਨਾ ਸੀ, ਖਜ਼ਾਨਾ ਸੀ, ਤੇ ਹੋਏ ਸਕੇ ਪਰਮਾਨਾ। ਤੇ ਕੀ ਤੋਂ ਗਿਣਤੀ ਹੋ ਸਕਦੀ ਹੈ ਭਾਈ, ਕੌਣ ਪ੍ਰਮਾਣ ਦੇ ਸਕਦਾ ਵੀ ਕਿੰਨਾ ਖਜ਼ਾਨਾ ਹੈ। ਗੁਰ ਸਿੱਖ ਹਜ਼ਾਰਾਂ ਢੋਵੇਂ। ਗੁਰੂ ਕੇ ਹਜ਼ਾਰਾਂ ਸਿੱਖਾਂ ਨੇ ਢੋਇਆ ਫਿਰ ਲਿਆ ਕੇ ਸਤਲੁਜ ਦੀ ਭੇਟਾ ਕੀਤਾ। ਅਨੂਠੀ ਵਸਤੂ ਜੋ ਹੈ। ਤੇ ਗੁਰੂ ਕੇ ਸਿੱਖਾਂ ਨੇ ਵੇਖਿਆ ਕਿ ਗੁਰੂ ਕੇ ਖਜ਼ਾਨੇ ਵਿੱਚ ਮਹਾ ਅਨੂਠੀਆਂ ਅਚਰਜ ਕੌਤਕਾਂ ਵਾਲੀਆਂ, ਅਚਰਜ ਰੂਪ ਰੰਗ ਵਾਲੀਆਂ ਮਹਿੰਗੀਆਂ ਕੀਮਤੀ ਸੌਗਾਤਾਂ ਹਨ। ਦੌੜ ਦੌੜ ਕਰ ਆਵੇਂ। ਤੂਰਨ ਜਲਦੀ ਦੇ ਨਾਲ ਦੌੜ ਦੌੜ ਕੇ ਆ ਰਹੇ ਹਨ ਲੈ ਕੇ। ਕੰਚਨ ਆਗਤ ਰਜਤ ਮਹਾਨੇ। ਸੋਨਾ ਇਤਿਆਦਿਕ ਜਿਹੜਾ ਚਾਂਦੀ ਤੇ ਸ਼ਸਤਰ ਵਗੈਰਾ ਹਨ ਬਹੁਤ ਮਹਾਨ, ਬਹੁਤ ਉੱਤਮ ਕਿਸਮ ਦੇ। ਜਵਾਹਰ ਜੋਤ ਜਗੇ ਤੇ ਇਸੇ ਪ੍ਰਕਾਰ ਜਿਹੜੇ ਡਾਢੇ ਜਿਨ੍ਹਾਂ ਦੇ ਉੱਤੇ ਹੀਰੇ ਜਵਾਹਰਾਤ ਸੋਨਾ ਆਦਿਕ ਲੱਗਿਆ ਹੋਇਆ ਤੇ ਜਗਮਗ ਕਰਨ ਵਾਲੇ ਹਨ। ਤੇ ਉਚੇਚੇ ਤੌਰ ਤੇ ਸੋ ਤੁਰੇਤੇ ਜਿਹੜੇ ਤੁਰਤ ਹੀ ਜਲਦੀ ਹੀ ਲਿਆ ਕੇ ਜਲ ਦੇ ਵਿੱਚ ਪਾ ਰਹੇ ਹਨ। ਐਸਾ ਕੌਣ ਹੈ ਭਾਵ ਕੋਈ ਵੀ ਨਹੀਂ ਜਿਹੜਾ ਸਤਿਗੁਰਾਂ ਦੇ ਹੁਕਮ ਨੂੰ ਮੋੜੇ। ਹਾਂ ਵੀ ਗੁਰੂ ਜਿਹੜੀ ਚੀਜ਼ ਨੂੰ ਤਿਆਗਣਾ ਚਾਹੇ ਤੇ ਸਿੱਖ ਉਹਨੂੰ ਇਕੱਤਰ ਕਰੇ, ਐਸਾ ਤਾਂ ਕੋਈ ਸਿੱਖ ਨਹੀਂ। ਇਸੇ ਤਰ੍ਹਾਂ ਕਹਿੰਦੇ ਅਣਗਿਣਤ ਸਿੱਖ
ਸਿੰਘ ਗੁਰੂ ਕੇ ਖਾਲਸੇ, ਗੁਰੂ ਕੀਆਂ ਸੰਗਤਾਂ ਤੇ ਅਣਗਿਣਤ ਵਾਰੀ, ਕੋਈ ਗਿਣਤੀ ਨਹੀਂ ਹੈ ਕਿ ਕਿੰਨੀ ਕਿੰਨੀ ਵਾਰੀ ਉਹ ਉੱਥੋਂ ਖਜ਼ਾਨਾ ਲੈ ਕੇ ਆਏ। ਧਨ ਧਨ ਆਨੰਦ ਜਲ ਭਾਈ, ਤੇ ਅਣਗਿਣਤ ਬੇਸ਼ੁਮਾਰ ਧਨ ਜਿਹੜਾ ਹੈ ਉਹ ਲਿਆ ਕੇ ਜਲ ਦੇ ਵਿੱਚ ਪਾ ਰਹੇ ਹਨ। ਹੁਕਮ ਤੇ ਦੌਲਤ ਜਾਹੀ, ਗੁਰੂ ਦਾ ਹੁਕਮ ਹੈ, ਇਸ ਕਰਕੇ ਦੌੜੇ ਜਾ ਰਹੇ ਆ, ਭੱਜੇ ਜਾ ਰਹੇ ਹਨ। ਸਿੱਧਰ ਤੈ ਬਿਲਮਤ ਨਾਹੀ, ਜਲਦੀ ਦੇ ਨਾਲ ਆ ਜਾਂਦੇ ਆ, ਬਿਲਮ ਨਹੀਂ ਲਾਉਂਦੇ, ਦੇਰੀ ਨਹੀਂ ਲਾਉਂਦੇ। ਲਗ ਢੋਵਨ ਗਨ ਕਰਿਓ, ਤੇ ਸ਼ਾਮ ਤੱਕ ਇਸ ਤਰ੍ਹਾਂ ਸਾਰਾ ਖਜ਼ਾਨਾ ਜਿਹੜਾ ਢੋ ਕੇ ਸਤਲੁਜ ਵਿੱਚ ਪਾ ਦਿੱਤਾ। ਨੀਚ ਨੀਚ ਕਰਤੇ ਤਬ ਭਰਿਓ, ਹਾਂ, ਇਸ ਤਰ੍ਹਾਂ ਕਹਿੰਦੇ ਚੰਗੀ ਤਰ੍ਹਾਂ ਇਹਨੂੰ ਜਿਹੜਾ ਟੋਆ ਸੀ ਨਾ, ਇਹਨੂੰ ਨੀਠ ਕਰਕੇ ਉੱਪਰ ਤੱਕ ਐ ਕੁੱਟ ਕੇ ਭਰ ਦਿੱਤਾ ਗਿਆ। ਜਨ ਸਭ ਆਏ ਚੁਕਿਓ ਅਸਬਾਬ, ਜਦੋਂ ਇਹ ਸਾਰਾ ਅਸਬਾਬ, ਮਾਲ ਅਸਬਾਬ, ਧਨ ਪਦਾਰਥ ਆ ਗਿਆ, ਸਭ ਦਿਨ ਧਰਤੇ ਰਹੇ ਸਤਾਬ, ਜਿਹੜਾ ਕਿ ਸਾਰਾ ਦਿਨ ਹੀ ਧਰਦੇ ਰਹੇ ਸੀ ਸਤਲੁਜ ਦੇ ਵਿੱਚ ਬੜੀ ਜਲਦੀ ਦੇ ਨਾਲ। ਸ੍ਰੀ ਮੁਕਤੀ ਫਰਮਾਇਓ, ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੁਖਾਰਬਿੰਦ ਤੋਂ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਸੰਬੋਧਨ ਹੋ ਕੇ ਆਖਿਆ, ਸਰਬ ਪਦਾਰਥ ਆਇਓ, ਕਹਿਣ ਲੱਗੇ ਭਾਈ ਹੁਣ ਤਾਂ ਸਾਰਾ ਪਦਾਰਥ ਆ ਗਿਆ ਹੈ, ਸੰਗਤ ਅਬ ਡੇਰੇ ਚਲੋ, ਹੁਣ ਚਲੋ ਗੁਰੂ ਕੀ ਸੰਗਤੇ, ਹੁਣ ਸਾਰੇ ਡੇਰੇ ਚੱਲ ਗਏ, ਆਪਣੇ ਅਸਥਾਨ ਤੇ ਚੱਲ ਗਏ ਅਨੰਦਪੁਰ ਸਾਹਿਬ। ਰਾਮੋ ਤਨ ਤੇ ਸ਼ਰਮ ਤਲੋ, ਤੇ ਹੁਣ ਤੁਸੀਂ ਸਾਰੇ ਜਾ ਕੇ ਵਿਸ਼ਰਾਮ ਕਰੋ, ਸਾਰੇ ਦਿਨ ਦੇ ਤੁਸੀਂ ਥੱਕੇ ਆ, ਤੇ ਇਸ ਕਰਕੇ ਆਰਾਮ ਦੇ ਨਾਲ ਆਪਣੇ ਸਰੀਰਾਂ ਨੂੰ ਤੁਸੀਂ ਆਰਾਮ ਦੇਵੋ ਜਾ ਕੇ। ਕਹਿ ਗਮਨੇ ਗੁਰ ਗੋਸਾਈ, ਇਸ ਪ੍ਰਕਾਰ ਬਚਨ ਕਰਕੇ ਸਤਿਗੁਰੂ ਜੀ ਗਮਨੇ ਉਸ ਜਗ੍ਹਾ ਤੋਂ ਚਲੇ ਗਏ। ਸਮੂਹ ਸੰਗ ਸੁਖ ਪਾਈ, ਤੇ ਸਿੰਘਾਂ ਦਾ ਸਮੂਹ, ਸਿੰਘਾਂ ਦਾ ਜਥਾ, ਸਿੱਖ ਸੰਗਤਾਂ ਸਤਿਗੁਰੂ ਜੀ ਦੇ ਨਾਲ ਸੁਖ ਪ੍ਰਾਪਤ ਕਰਦੀਆਂ ਹਨ। ਸਦਨ ਬਿਰਾਜੇ ਆਏ, ਸਤਿਗੁਰਾਂ ਦਾ ਜਿਹੜਾ ਸੁੰਦਰ ਸੋਹਣਾ ਘਰ ਹੈ, ਮਹਿਲ ਹੈ, ਆਨੰਦਪੁਰ ਸਾਹਿਬ ਆਨੰਦਾਂ ਦੀ ਪੁਰੀ, ਜਿੱਥੇ ਆਨੰਦ ਹੀ ਆਨੰਦ ਵਰਦਾ, ਉੱਥੇ ਆ ਕੇ ਬਿਰਾਜਮਾਨ ਹੋ ਗਏ। ਪਹੁੰਚੇ ਨਿਜ ਨਿਜ ਥਾਏ, ਇਸ ਪ੍ਰਕਾਰ ਸਾਰੇ ਸਿੱਖ ਨਿਜ ਨਿਜ ਆਸਣਾਂ ਦੇ ਉੱਤੇ, ਜਿੱਥੇ ਜਿੱਥੇ ਜਿਹਦਾ ਡੇਰਾ ਸੀ, ਸੋ ਇਸ ਪ੍ਰਕਾਰ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਗਏ। ਗੁਰ ਪ੍ਰਾਪਤ ਹੁਕਮ ਕੋ ਦਇਓ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਵੇਰੇ ਇਹ ਹੁਕਮ ਦਿੱਤਾ ਸੀ ਨਾ ਕਿ ਖਜ਼ਾਨਾ ਸਾਰਾ ਬਾਹਰ ਕੱਢ ਲਓ ਤੇ ਲਿਆ ਕੇ ਸਤਲੁਜ ਦੇ ਵਿੱਚ ਭੇਟਾ ਕਰਨਾ, ਰੱਖ ਦੇਣਾ ਹੈ, ਜਦੋਂ ਸਤਿਗੁਰ ਨੇ ਇਹ ਹੁਕਮ ਕੀਤਾ ਸੀ, ਪਰਬਤਪਤੀ ਦੂਤ ਸੁਣ ਲਿਓ, ਉਸ ਵੇਲੇ ਜਿਹੜੇ ਪਰਬਤਪਤੀ ਭਾਵ ਪਹਾੜੀ ਰਾਜੇ ਆ, ਉਹਨਾਂ ਦੇ ਸੂਹੀਏ ਨੇ, CID ਵਾਲੇ ਦੂਤ ਨੇ ਸੁਣ ਲਈ ਸੀ ਇਹ ਗੱਲ। ਕਰ ਸੁਧ ਤਤਕਾਲ ਪਠਾਈ, ਉਸ ਵੇਲੇ ਲਿਖ ਕੇ CID ਇਹ ਖਬਰ ਲਿਖ ਕੇ ਪਹਾੜੀ ਰਾਜਿਆਂ ਤੱਕ ਪਹੁੰਚਾ ਦਿੱਤੀ ਸੀ ਦਾਦਿਓ ਧਨ ਸਲਤਾ ਜਲ ਛਾਈ, ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਸਾਰਾ ਖਜ਼ਾਨਾ, ਧਨ, ਹੀਰੇ ਜਵਾਹਰਾਤ, ਸੋਨਾ ਚਾਂਦੀ, ਇਹ ਸਾਰਾ ਸਲਤਾ ਦੇ ਵਿੱਚ, ਨਦੀ ਦੇ ਵਿੱਚ ਭਾਵ ਸਤਲੁਜ ਦੇ ਵਿੱਚ ਸਤਿਗੁਰੂ ਜੀ ਨੇ ਗਡਾ ਦਿੱਤਾ ਹੈ, ਰਖਵਾ ਦਿੱਤਾ ਹੈ। ਸੋ ਹੁਣ ਸਮੇਂ ਦੀ ਸਮਾਪਤੀ ਹੈ, ਪ੍ਰਸੰਗ ਜਿਹੜਾ ਅਧੂਰਾ ਰਹਿ ਗਿਆ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਕੱਲ ਦੇ ਦੀਵਾਨ ਦੇ ਵਿੱਚ ਆਪ ਕਿਰਪਾ ਕਰਕੇ ਸੰਪੂਰਨ ਕਰਵਾਉਣਗੇ। ਸੋ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ, ਸ਼ੁੱਧਤਾ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪ ਜੀ ਦੇ ਚਰਨਾਂ ਦੀ ਸੇਵਾ ਦਾਸਰੇ ਦੇ ਕੋਲੋਂ ਕਰਵਾਉਂਦੇ ਰਹਿਣ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਫਿਰ ਅਰਦਾਸ ਵਿੱਚ ਸ਼ਾਮਲ ਹੋਈਏ ਜੀ। ਕਰ ਸੁਧ ਤਤਕਾਲ ਪਠਾਈ, ਗਾਟਿਓ ਧਨ ਸਲਤਾ ਜਲ ਥਾਈ, हे गोविंद हे गोपाल हे दयाल लाल, प्राणनाथ अनाथ सखे दीन दर्द निवार, हे समर्थ आगम पूरन मोहे मया तार, अंधकूप महापयान नानक पार उतार। वाहिगुरु जी का खालसा, वाहिगुरु जी की फतेह। तुम पह अरदास